ਕੈਨੇਡਾ 'ਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਸਟੂਡੈਂਟਸ ਨਾਲ ਧੋਖਾ ਕਰਨ ਵਾਲਾ ਏਜੰਟ ਬ੍ਰਿਜੇਸ਼ ਮਿਸ਼ਰਾ ਗ੍ਰਿਫਤਾਰ। ਕੈਨੇਡਾ 'ਚ ਦਾਖਲ ਹੋਣ ਦੀ ਕਰ ਰਿਹਾ ਸੀ ਕੋਸ਼ਿਸ਼, ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਦਾ ਕੇਸ ਦਰਜ। ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਸਟੂਡੈਂਟਸ ਨੇ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਮੰਗੀ ਮਦਦ। ਜਾਂਚ ਲਈ ਟਾਸਕ ਫੋਰਸ ਦੇ ਗਠਨ ਦੀ ਕੀਤੀ ਅਪੀਲ। ਨਾਲ ਹੀ ਕਿਹਾ ਕੈਨੇਡੀਅਨ ਏਜੰਸੀਆਂ ਕੋਲ ਵਿਦਿਆਰਥੀਆਂ ਦਾ ਪੱਖ ਰੱਖੇ ਪੰਜਾਬ ਸਰਕਾਰ। ਆਰਡੀਨੈਂਸ ਤੇ ਕਾਂਗਰਸ ਦੇ ਵੱਲੋਂ ਸਟੈਂਡ ਕਲੀਅਰ ਨਾ ਕਰਨ ਤੇ ਭੜਕੀ ਆਮ ਆਦਮੀ ਪਾਰਟੀ। ਵਿਰੋਧੀ ਦਲਾਂ ਦੀ ਏਕਤਾ ਮੁਹਿੰਮ ਤੋਂ ਕੀਤਾ ਕਿਨਾਰਾ। ਕਿਹਾ ਕਾਂਗਰਸ ਦੀ ਮੌਜੂਦਗੀ ਵਾਲੀ ਬੈਠਕ 'ਚ ਸ਼ਾਮਲ ਹੋਣਾ ਮੁਸ਼ਕਿਲ। ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਇੱਕ ਦੂਜੇ ਨੂੰ ਬੀਜੇਪੀ ਦੀ ਬੀ ਟੀਮ ਕਹਿਣ ਦੀ ਛਿੜੀ ਜੰਗ। ਬਾਜਵਾ ਬੋਲੇ ਜੰਮੂ ਕਸ਼ਮੀਰ ਨੂੰ ਯੂਟੀ ਬਣਾਉਣ ਦਾ ਆਮ ਆਦਮੀ ਪਾਰਟੀ ਨੇ ਕੀਤਾ ਸੀ ਸਮਰਥਨ ਤਾਂ ਕੰਗ ਬੋਲੇ ਆਰਡੀਨੈਂਸ ਦੀ ਅਸਿੱਧੀ ਹਮਾਇਤ ਨਾਲ ਹੋਇਆ ਸਾਬਤ, ਕਾਂਗਰਸ ਹੀ ਹੈ ਬੀਜੇਪੀ ਦੀ ਰੈਪਲਿਕਾ। ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਤੇ ਅੱਜ ਚੰਡੀਗੜ੍ਹ 'ਚ ਬੀਜੇਪੀ ਦੀ ਵੱਡੀ ਰੈਲੀ। ਰੱਖਿਆ ਮੰਤਰੀ ਰਾਜਨਾਥ ਸਿੰਘ ਭਰਨਗੇ ਹੁੰਕਾਰ। ਅਮਰੀਕਾ ਦੌਰੇ ਤੇ ਪ੍ਰਧਾਨ ਮੰਤਰੀ ਮੋਦੀ ਦਾ ਪ੍ਰਵਾਸੀ ਭਾਰਤੀਆਂ ਲਈ ਵੱਡਾ ਐਲਾਨ। ਬੋਲੇ ਹੁਣ H1B ਵੀਜ਼ਾ ਨੂੰ ਰਿਨਿਊ ਕਰਵਾਉਣ ਲਈ ਨਹੀਂ ਜਾਣਾ ਪਏਗਾ ਵਾਪਸ, ਯੂਐਸ 'ਚ ਹੀ ਹੋਏਗਾ ਰਿਨਿਊ। ਫਿਰੋਜ਼ਪੁਰ 'ਚ ਬਦਮਾਸ਼ਾਂ ਨੇ ਵਰਾਈਆਂ ਆੜਤੀਏ ਦੀ ਦੁਕਾਨ ਤੇ ਗੋਲੀਆਂ। ਦੁਕਾਨ ਤੇ ਬੈਠੇ ਸ਼ਖਸ ਦੀ ਮੌਤ। ਸੀਸੀਟੀਵੀ 'ਚ ਦਿਖੇ ਕਾਤਲ ਪਰ ਅਜੇ ਗ੍ਰਿਫਤ ਤੋਂ ਬਾਹਰ। ਸਰਹੱਦ ਤੇ ਫਿਰ ਡਰੋਨ ਵਾਲੀ ਨਾਪਾਕ ਸਾਜ਼ਿਸ਼। ਤਰਨਤਾਰਨ 'ਚ BSF ਨੇ ਡੇਗਿਆ ਪਾਕਿਸਤਾਨੀ ਡਰੋਨ। ਇਲਾਕੇ 'ਚ ਚਲਾਇਆ ਗਿਆ ਸਰਚ ਆਪਰੇਸ਼ਨ। ਸਤਿ ਸ਼੍ਰੀ ਅਕਾਲ, ਮੈਂ ਅਰਸ਼ਦੀਪ ਸੰਧੂ, ਨਿਊਜ਼ 18 ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸ਼ੁਰੂਆਤ ਵੱਡੀ ਖਬਰ ਦੇ ਨਾਲ ਕਰਦੇ ਹਾਂ। ਕੈਨੇਡਾ ਦੇ ਵਿੱਚ ਫਰਜ਼ੀਵਾੜੇ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ। ਧੋਖਾਧੜੀ ਕਰਨ ਵਾਲਾ ਇੱਕ ਏਜੰਟ ਬ੍ਰਿਜੇਸ਼ ਮਿਸ਼ਰਾ ਗ੍ਰਿਫਤਾਰ ਹੋ ਗਿਆ ਹੈ। ਕੈਨੇਡਾ ਦੇ ਵਿੱਚ ਬ੍ਰਿਜੇਸ਼ ਮਿਸ਼ਰਾ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਵੇਲੇ ਬਾਰਡਰ ਸੁਰੱਖਿਆ ਏਜੰਸੀ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੈਨੇਡਾ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਧੋਖਾਧੜੀ ਦਾ ਮਾਮਲਾ ਵੀ ਉਸ ਤੇ ਦਰਜ ਕੀਤਾ ਗਿਆ ਹੈ। ਜਲੰਧਰ ਦੇ ਵਿੱਚ ਵੀ ਬ੍ਰਿਜੇਸ਼ ਮਿਸ਼ਰਾ ਤੇ ਕਈ ਮਾਮਲੇ ਦਰਜ ਨੇ। ਇਸੇ ਸਾਲ ਉਸਦੇ ਪਾਰਟਨਰ ਨੂੰ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ, ਲੇਕਿਨ ਬ੍ਰਿਜੇਸ਼ ਮਿਸ਼ਰਾ ਫਰਾਰ ਹੋ ਗਿਆ ਸੀ, ਵਿਦੇਸ਼ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਖਿਲਾਫ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ ਤੇ ਹੁਣ ਉਸ ਦੀ ਕੈਨੇਡਾ ਦੇ ਵਿੱਚ ਗ੍ਰਿਫਤਾਰੀ ਹੋਈ ਹੈ। ਤਾਂ ਇੱਕ ਏਜੰਟ ਗ੍ਰਿਫਤਾਰ ਹੋਇਆ। ਹਾਲਾਂਕਿ ਕਈ ਸਾਰੇ ਏਜੰਟਸ ਦੇ ਨਾਮ ਸਾਹਮਣੇ ਆ ਰਹੇ ਨੇ ਜਾਂ ਵਿਦਿਆਰਥੀਆਂ ਦੇ ਵੱਲੋਂ ਕਈ ਸਾਰੇ ਏਜੰਟਸ ਏਜੰਸੀਆਂ ਦੇ ਨਾਮ ਲਏ ਜਾ ਰਹੇ ਨੇ, ਲੇਕਿਨ ਇੱਕ ਏਜੰਟ ਜਿਸ ਦਾ ਕਾਫੀ ਨਾਮ ਪਿਛਲੇ ਦਿਨਾਂ 'ਚ ਹਾਈਲਾਈਟ ਹੋਇਆ, ਇਸ ਸਾਲ ਦੇ ਵਿੱਚ ਜਲੰਧਰ 'ਚ ਕਈ ਸਾਰੇ ਮਾਮਲੇ ਦਰਜ ਹੋਏ, ਬ੍ਰਿਜੇਸ਼ ਮਿਸ਼ਰਾ ਉਹ ਗ੍ਰਿਫਤਾਰ ਹੋ ਗਿਆ ਹੈ। ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਵੇਲੇ ਉਸ ਨੂੰ ਬਾਰਡਰ ਸੁਰੱਖਿਆ ਏਜੰਸੀ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਜਾਂਚ ਦੇ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਉਹ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਲਈ ਰਜਿਸਟਰਡ ਹੀ ਨਹੀਂ ਸੀ, ਯਾਨੀ ਕਿ ਉਸਦੇ ਕੋਲ ਕੋਈ ਲਾਇਸੈਂਸ ਨਹੀਂ ਸੀ। ਕੈਨੇਡਾ ਦੀ ਜਿਹੜੀ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਲਈ ਜੋ ਰਿਕੁਆਇਰਮੈਂਟਸ ਹੁੰਦੀਆਂ ਨੇ, ਜੋ ਜ਼ਰੂਰਤਾਂ ਹੁੰਦੀਆਂ ਨੇ, ਉਹ ਪੂਰੀਆਂ ਹੀ ਨਹੀਂ ਕਰਦਾ ਸੀ, ਰਜਿਸਟਰਡ ਹੀ ਨਹੀਂ ਸੀ ਤੇ ਹੁਣ ਉਸ ਦੇ ਖਿਲਾਫ ਚਾਰजेस ਲਗਾਏ ਗਏ ਨੇ ਬਾਰਡਰ ਸਿਕਿਉਰਿਟੀ ਏਜੰਸੀ ਦੇ ਵੱਲੋਂ। ਬ੍ਰਿਜੇਸ਼ ਮਿਸ਼ਰਾ, ਜਿਸ ਦੀ ਅਸੀਂ ਤਸਵੀਰ ਵੀ ਸਕਰੀਨ ਤੇ ਨਸ਼ਰ ਕਰ ਰਹੇ ਹਾਂ, ਗ੍ਰਿਫਤਾਰ ਹੋ ਚੁੱਕਿਆ ਹੈ। ਕਈ ਸਾਰੇ ਏਜੰਟਸ ਦੇ ਵਿਦਿਆਰਥੀਆਂ ਦੇ ਵੱਲੋਂ ਨਾਮਾਂ ਦਾ ਜ਼ਿਕਰ ਕੀਤਾ ਗਿਆ ਹੈ। ਇੱਕ ਵੱਡਾ ਨਾਮ ਬ੍ਰਿਜੇਸ਼ ਮਿਸ਼ਰਾ ਦਾ ਵਾਰ-ਵਾਰ ਸਾਹਮਣੇ ਆਇਆ ਹੈ ਤਾਂ ਬ੍ਰਿਜੇਸ਼ ਮਿਸ਼ਰਾ ਹੁਣ ਗ੍ਰਿਫਤਾਰ ਹੋ ਗਿਆ ਹੈ। ਵਿਦਿਆਰਥੀਆਂ ਦੀ ਡਿਪੋਰਟੇਸ਼ਨ ਤੇ ਫਿਲਹਾਲ ਭਾਵੇਂ ਸਟੇ ਲੱਗੀ ਹੈ, ਲੇਕਿਨ ਖਤਰਾ ਅਜੇ ਟਲਿਆ ਨਹੀਂ ਹੈ ਤਾਂ ਅਜਿਹੇ ਦੇ ਵਿੱਚ ਬ੍ਰਿਜੇਸ਼ ਮਿਸ਼ਰਾ ਦੀ ਗ੍ਰਿਫਤਾਰੀ ਵਿਦਿਆਰਥੀਆਂ ਦੇ ਲਈ ਇੱਕ ਵੱਡੀ ਸਫਲਤਾ ਸਾਬਤ ਹੋ ਸਕਦੀ ਹੈ, ਕਿਉਂਕਿ ਇਸ ਮਾਮਲੇ ਦੇ ਵਿੱਚ ਹੁਣ ਪੂਰੀ ਜਾਂਚ ਹੋਏਗੀ। ਕਿਸ ਦੇ ਨਾਲ ਫਰਾਡ ਕੀਤਾ, ਕਿਵੇਂ ਫਰਾਡ ਕੀਤਾ, ਫੇਕ ਆਫਰ ਲੈਟਰ ਕਿਵੇਂ ਆਏ ਜਾਂ ਕਿੱਥੋਂ ਬਣੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੁਣ ਜਾਂਚ ਹੋਏਗੀ। ਬ੍ਰਿਜੇਸ਼ ਮਿਸ਼ਰਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਤਾਂ ਜਲੰਧਰ ਦੇ ਵਿੱਚ ਬ੍ਰਿਜੇਸ਼ ਮਿਸ਼ਰਾ ਆਪਣੀ ਕੰਪਨੀ ਚਲਾਉਂਦਾ ਸੀ, ਹਾਲਾਂਕਿ ਪਿਛੋਕੜ ਬਿਹਾਰ ਦਾ ਦੱਸਿਆ ਜਾਂਦਾ ਹੈ ਤੇ ਜਲੰਧਰ ਦੇ ਵਿੱਚ ਵੀ ਇਹ ਆਪਣਾ ਏਜੰਸੀ ਚਲਾਉਂਦਾ ਸੀ, ਜੋ ਫਿਲਹਾਲ ਹੁਣ ਬੰਦ ਹੋ ਚੁੱਕੀ ਹੈ। 2010 ਦੇ ਵਿੱਚ ਇਸਨੇ ਪ੍ਰਾਈਵੇਟ ਕੰਪਨੀ ਰਜਿਸਟਰਡ ਕਰਵਾਈ ਸੀ। ਜਲੰਧਰ ਦੇ ਵਿੱਚ ਈਜ਼ੀਵੇ ਇਮੀਗ੍ਰੇਸ਼ਨ ਕੰਸਲਟੈਂਸੀ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਇਸ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ।
2013 ਦੇ ਵਿੱਚ ਵੀ ਪੁਲਿਸ ਨੇ ਬ੍ਰਿਜੇਸ਼ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਸੀ। ਉਦੋਂ ਵੀ ਵਿਦੇਸ਼ ਭੇਜਣ ਦੇ ਲਈ ਜਾਲੀ ਦਸਤਾਵੇਜ਼ ਬਣਾਉਣ ਦੇ ਇਲਜ਼ਾਮ ਲੱਗੇ ਸੀ। ਫਿਰ ਕੁਝ ਹੀ ਸਾਲਾਂ ਦੇ ਬਾਅਦ ਇਸਨੇ ਕੰਪਨੀ ਨੂੰ ਬੰਦ ਕਰ ਦਿੱਤਾ ਤੇ ਫਿਰ ਜਲੰਧਰ ਦੇ ਵਿੱਚ 2014 ਚ ਨਵੀਂ ਫਰਮ ਸ਼ੁਰੂ ਕਰ ਲਈ, ਨਵੀਂ ਕੰਸਲਟੈਂਸੀ ਫਰਮ ਸ਼ੁਰੂ ਕਰ ਲਈ। ਪੜ੍ਹਾਈ ਦੇ ਲਈ ਆਸਾਨ ਤਰੀਕੇ ਦੇ ਨਾਲ ਵਿਦੇਸ਼ ਭੇਜਣ ਦਾ ਇਸ ਦੇ ਵੱਲੋਂ ਦਾਅਵਾ ਕੀਤਾ ਜਾਂਦਾ ਸੀ। ਦਿੱਲੀ ਸਥਿਤ ਇੱਕ ਕੰਪਨੀ ਦੀ ਫਰੈਂਚਾਈਜ਼ੀ ਵੀ ਇਸ ਦੇ ਵੱਲੋਂ ਲਈ ਗਈ ਸੀ। ਟੋਰਾਂਟੋ ਦੇ ਹੰਬਰ ਕਾਲਜ ਦੇ ਲਈ ਹਰ ਸਟੂਡੈਂਟ ਤੋਂ 16 ਲੱਖ ਰੁਪਏ ਲੈ ਰਿਹਾ ਸੀ ਤੇ ਕਈ ਸਾਰੇ ਵਿਦਿਆਰਥੀ ਸੀ ਜਿਨ੍ਹਾਂ ਨੂੰ ਉਸ ਕਾਲਜ ਦੇ ਵਿੱਚ ਐਡਮਿਸ਼ਨ ਹੀ ਨਹੀਂ ਮਿਲੀ। ਅਸੀਂ ਬਹੁਤ ਸਾਰੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਹੈ, ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕਈਆਂ ਦੇ ਮਾਮਲੇ ਸਾਹਮਣੇ ਆਏ ਨੇ ਕਿ ਜਦੋਂ ਉਹ ਕਾਲਜ ਦੇ ਵਿੱਚ ਪਹੁੰਚਦੇ ਸੀ ਤਾਂ ਪਤਾ ਲੱਗਦਾ ਸੀ ਕਿ ਉਸ ਕਾਲਜ 'ਚ ਉਹਨਾਂ ਦੀ ਐਡਮਿਸ਼ਨ ਨਹੀਂ ਹੈ। ਫਿਰ ਉਹ ਕਾਲ ਕਰਦੇ ਸੀ ਆਪਣੇ ਏਜੰਟ ਨੂੰ, ਏਜੰਟ ਅੱਗੋਂ ਕਹਿ ਦਿੰਦਾ ਸੀ ਕਿ ਇਸ ਕਾਲਜ ਦੇ ਵਿੱਚ ਸੀਟਾਂ ਫੁੱਲ ਹੋ ਗਈਆਂ ਜਾਂ ਕੋਈ ਹੋਰ ਰੀਜ਼ਨ ਦੇ ਕੇ ਕਹਿੰਦਾ ਸੀ ਕਿ ਮੈਂ ਤੁਹਾਡੀ ਕਿਤੇ ਹੋਰ ਐਡਮਿਸ਼ਨ ਕਰਾ ਦਿੰਦਾ। ਕਈ ਸਟੂਡੈਂਟਸ ਦੀ ਐਡਮਿਸ਼ਨ ਹੋ ਜਾਂਦੀ ਸੀ, ਕਈਆਂ ਦੀ ਨਹੀਂ ਹੁੰਦੀ ਸੀ ਤੇ ਜਦੋਂ ਪੀਆਰ ਦੇ ਲਈ ਬਾਅਦ ਦੇ ਵਿੱਚ ਅਪਲਾਈ ਕਰਦੇ ਤਾਂ ਉਦੋਂ ਜਾ ਕੇ ਉਹਨਾਂ ਨੂੰ ਪਤਾ ਲੱਗਦਾ, ਉਹਨਾਂ ਨੂੰ ਜਦੋਂ ਨੋਟਿਸ ਆਉਂਦਾ ਕਿ ਉਹ ਫਰਾਡ ਲੈਟਰ ਦੇ ਉੱਤੇ, ਫਰਾਡ ਲੈਟਰ ਜਾਂ ਫੇਕ ਲੈਟਰ ਦੇ ਉੱਤੇ ਕੈਨੇਡਾ ਆਏ ਨੇ, ਯਾਨੀ ਕਿ ਫਰਾਡ ਦਾ ਕੇਸ ਉਹਨਾਂ ਤੇ ਬਣ ਜਾਂਦਾ ਹੈ ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਜਾਂਦੀ ਹੈ। ਬਹੁਤ ਸਾਰੇ ਵਿਦਿਆਰਥੀ ਇਸ ਤਰੀਕੇ ਨਾਲ ਫਰਾਡ ਦਾ ਸ਼ਿਕਾਰ ਹੋਏ ਨੇ ਤੇ ਹੁਣ ਬ੍ਰਿਜੇਸ਼ ਮਿਸ਼ਰਾ ਦੀ ਗ੍ਰਿਫਤਾਰੀ ਹੋਈ ਹੈ। ਇੱਕ ਏਜੰਟ ਜਿਸ ਦਾ ਵਾਰ-ਵਾਰ ਨਾਮ ਸਾਹਮਣੇ ਆਇਆ, ਬ੍ਰਿਜੇਸ਼ ਮਿਸ਼ਰਾ ਗ੍ਰਿਫਤਾਰ ਹੋ ਚੁੱਕਿਆ ਹੈ। ਬਿਲਕੁਲ ਜੀ, ਮੈਂ ਵੀ ਉਹਨਾਂ ਵਿੱਚੋਂ ਇੱਕ ਸਟੂਡੈਂਟ ਹਾਂ ਜਿਹਦਾ ਕੇਸ ਬ੍ਰਿਜੇਸ਼ ਮਿਸ਼ਰਾ ਦੇ ਨਾਲ ਹੀ ਜੁੜਿਆ ਹੋਇਆ ਸੀਗਾ। ਸਾਨੂੰ ਵੀ ਅੱਜ ਸ਼ਾਮ ਨੂੰ ਹੀ ਖਬਰ ਮਿਲੀ ਤੇ ਸਾਰੇ ਸਟੂਡੈਂਟ ਬਹੁਤ ਖੁਸ਼ ਨੇ ਕਿ ਚਲੋ ਐਕਚੁਅਲੀ ਤੇ ਹੁਣ ਜਿਹੜਾ ਉਹ ਪੜਿਆ ਗਿਆ ਤਾਂ ਜਿਹੜਾ ਜਸਟਿਸ ਆ ਸਾਰੇ ਸਟੂਡੈਂਟਸ ਨੂੰ ਮਿਲੇਗਾ। ਵੀ ਹੋਪ ਫॉर ਬੈਸਟ। ਤੁਹਾਨੂੰ ਲੱਗਦਾ ਕਿ ਕੇਸ ਹੁਣ ਸਟਰੋਂਗ ਬਣੇਗਾ ਵਿਦਿਆਰਥੀਆਂ ਦਾ? ਬਿਲਕੁਲ ਜੀ, ਬਿਲਕੁਲ ਲੱਗਦਾ ਸੀ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹੀ ਬੰਦਾ ਇਨਵੋਲਵ ਸੀਗਾ ਜਿਹਨੇ ਇੰਨੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ। ਤਾਂ ਹੋਪ ਕਿ ਉਹ ਮੰਨੇਗਾ ਇਹ ਚੀਜ਼ ਨੂੰ। ਅੱਛਾ ਹਰਜੀਤ ਕੌਰ ਜੀ, ਇਹ ਵੀ ਸਮਝਣਾ ਚਾਹਾਂਗੇ ਕਿ ਜਿਵੇਂ ਤੁਸੀਂ ਇਸ ਏਜੰਟ ਦੇ ਜ਼ਰੀਏ ਅਪਲਾਈ ਕੀਤਾ, ਜਿਵੇਂ ਲਵਪ੍ਰੀਤ ਦਾ ਕੇਸ ਸੀ, ਉਹ ਸਿੱਧਾ ਕਾਲਜ ਚਲਾ ਗਿਆ, ਉਸਨੂੰ ਉੱਥੇ ਜਾ ਕੇ ਹੀ ਪਤਾ ਲੱਗ ਗਿਆ ਕਿ ਮੇਰਾ ਫੇਕ ਆਫਰ ਲੈਟਰ ਸੀ। ਤੁਹਾਨੂੰ ਕਦੋਂ ਪਤਾ ਲੱਗਿਆ, ਕਿਵੇਂ ਤੁਸੀਂ ਉੱਥੇ ਪਹੁੰਚੇ, ਕੀ ਕੁਝ ਹੋਇਆ? ਹਾਂਜੀ, ਮੈਂ ਇੱਥੇ ਸੀ ਜਨਵਰੀ 2018 ਵਿੱਚ ਤੇ ਮੇਰੀ ਜਦੋਂ ਓਰੀਐਂਟੇਸ਼ਨ ਸੀਗੀ ਮੈਂ ਕਾਲਜ ਗਈ ਸੀ। ਜਦੋਂ ਮੈਂ ਕਾਲਜ ਦੀ ਰਿਸੈਪਸ਼ਨਿਸਟ ਨਾਲ ਜਾ ਕੇ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਤੇਰਾ ਨਾਮ ਸਿਸਟਮ 'ਚ ਨਹੀਂ ਹੈਗਾ, ਬਟ ਉਹਨਾਂ ਨੇ ਕਿਤੇ ਵੀ ਮੈਨੂੰ ਇਹ ਚੀਜ਼ ਨਹੀਂ ਸੀ ਕਿ ਜਿਹੜੀ ਤੇਰੀ ਆਫਰ ਲੈਟਰ ਆ ਉਹ ਫੇਕ ਆ। ਸ਼ੀ ਸੈਡ ਕਿ ਤੁਹਾਨੂੰ ਆਪਣੇ ਰਿਪਰੈਜ਼ੈਂਟੇਟਿਵ ਨਾਲ ਕਾਲ ਕਰੋ ਬੈਕ ਤੇ ਉਹਨਾਂ ਨਾਲ ਗੱਲ ਕਰੋ, ਮੇਬੀ ਦੇਰ ਇਜ਼ ਐਨੀ ਕਲੈਰੀਕਲ ਐਰਰ। ਤਾਂ ਫਿਰ ਜਦੋਂ ਮੈਂ ਇਹਨਾਂ ਨੂੰ ਕਾਲ ਬੈਕ ਕੀਤੀ ਬ੍ਰਿਜੇਸ਼ ਮਿਸ਼ਰਾ ਨੂੰ, ਉਦੋਂ ਨੇ ਮੈਨੂੰ ਕਿਹਾ ਸੀਗਾ ਕਿ ਲਾਈਕ ਓਵਰ ਬੁਕਿੰਗ ਹੋਣ ਕਰਕੇ ਤੁਹਾਡੀ ਕਾਲਜ ਦੇ ਵਿੱਚੋਂ ਸੀਟ ਕੈਂਸਲ ਹੋ ਗਈ ਹੈ, ਦੈਟਸ ਓਕੇ, ਮੈਂ ਤੁਹਾਨੂੰ ਦੂਸਰੇ ਕਾਲਜ ਵਿੱਚ ਐਡਮਿਸ਼ਨ ਪ੍ਰੋਵਾਈਡ ਕਰਵਾ ਦਿੰਦਾ। ਸੋ 1-2 ਵੀਕ ਵੇਟ ਕਰਨ ਤੋਂ ਬਾਅਦ ਇਹਨਾਂ ਨੇ ਮੈਨੂੰ ਕਾਲਜ 'ਚ ਐਡਮਿਸ਼ਨ ਨਹੀਂ ਕਰਵਾਈ। ਤਾਂ ਮੈਂ ਇਹਨਾਂ ਨੂੰ ਫਿਰ ਪੁੱਛਿਆ, ਇਹਨਾਂ ਨੇ ਕਿਹਾ ਕਿ ਸਾਰੇ ਕਾਲਜ ਹੁਣ ਫੁੱਲ ਹੈ, ਇਸ ਕਰਕੇ ਐਡਮਿਸ਼ਨ ਨਹੀਂ ਹੋ ਰਹੀ। ਤਾਂ ਉਸ ਟਾਈਮ ਇਹਨਾਂ ਨੇ ਮੇਰੀ ਫੀਸ ਵੀ ਮੇਰੇ ਪੇਰੈਂਟਸ ਨੂੰ ਵਾਪਸ ਕਰ ਦਿੱਤੀ ਸੀਗੀ ਤੇ ਮੈਂ ਆਪਣਾ ਇੱਥੇ ਕਿਸੇ ਹੋਰ ਕੰਸਲਟੈਂਟ ਕੋਲ ਜਾ ਕੇ ਆਪਣੇ ਪ੍ਰੋਪਰ ਡਾਕੂਮੈਂਟ ਦਿਖਾਏ ਬਿਕਾਜ਼ ਆਈ ਐਮ ਦ ਐਲੀਜੀਬਲ ਰਾਈਟ ਟੂ ਗੈਟ ਦ ਐਡਮਿਸ਼ਨ ਇਨ ਕਾਲਜ। ਜੀ ਸੋ ਫਿਰ ਉਹਨਾਂ ਨੇ ਮੇਰੀ ਹੈਲਪ ਕੀਤੀ ਤੇ ਦੂਜੇ ਕਾਲਜ 'ਚ ਮੈਨੂੰ ਐਡਮਿਸ਼ਨ ਦਵਾ ਦਿੱਤੀ ਸੀ। ਉਸ ਤੋਂ ਬਾਅਦ ਮੈਂ ਆਪਦੀ ਪ੍ਰੋਪਰ ਸਟੱਡੀ ਡਨ ਕੀਤੀ। ਉਸ ਤੋਂ ਬਾਅਦ ਮੈਨੂੰ ਵਰਕ ਪਰਮਿਟ ਵੀ ਮਿਲਿਆ। ਉਸ ਤੋਂ ਬਾਅਦ ਜਦੋਂ ਮੈਂ ਪੀਆਰ ਲਈ ਅਪਲਾਈ ਕੀਤਾ ਆਫਟਰ ਆਈ ਥਿੰਕ 5 or 6 ਈਅਰ, ਤਾਂ ਉਦੋਂ ਮੈਨੂੰ CBSE ਵੱਲੋਂ ਲੈਟਰ ਆਈ ਕਿ ਜਿਹੜੀ ਕਿ ਆਫਰ ਲੈਟਰ ਬ੍ਰਿਜੇਸ਼ ਮਿਸ਼ਰਾ ਨੇ ਮੇਰੀ ਫਾਈਲ ਵਿੱਚ ਇਨੀਸ਼ੀਅਲੀ ਲਾਈ ਸੀਗੀ ਉਹ ਫੇਕ ਸੀਗੀ। ਤੇ ਜਿਵੇਂ ਹੁਣ ਇੱਕ ਤਰੀਕੇ ਨਾਲ ਸਟੇ ਕਰ ਦਿੱਤਾ ਗਿਆ ਹੈ ਪੂਰਾ ਮਾਮਲਾ, ਹੁਣ ਇੱਕ ਕੇਸ ਦੀ ਜਾਂਚ ਹੋਏਗੀ ਤਾਂ CBSE ਕੀ ਸਟੂਡੈਂਟਸ ਨੂੰ ਬੁਲਾ ਰਹੀ ਹੈ, ਕਿਸ ਤਰੀਕੇ ਨਾਲ ਜਾਂਚ ਚੱਲ ਰਹੀ ਹੈ ਇਸ ਵੇਲੇ? ਜੀ ਬਿਲਕੁਲ, ਇਹ ਚੀਜ਼ ਤਾਂ ਉਹਨਾਂ ਨੇ ਕਿਹਾ ਕਿ ਜਿਹੜੀਆਂ ਉਹਨਾਂ ਨੇ ਡੈਪੂਟੇਸ਼ਨ ਤੇ ਉਹ ਹਾਲਟ ਕਰ ਦਿੱਤੀਆਂ ਨੇ, ਬਟ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਕਿਹਾ ਕਿ ਇੱਕ ਟਾਸਕ ਫੋਰਸ ਦੀ ਟੀਮ ਬਣਾਈ ਗਈ ਆ ਜਿਹੜੀ ਦੁਬਾਰਾ ਤੋਂ ਕੇਸਸ ਨੂੰ ਇਨਵੈਸਟੀਗੇਟ ਕਰੂਗੀ, ਬਟ ਕਿਸ ਪੈਰਾਮੀਟਰ ਤੇ ਕਰੂਗੀ, ਕਦੋਂ ਉਹ ਸਟਾਰਟ ਹੋਊਗੀ, ਉਹਦੇ ਬਾਰੇ ਅਜੇ ਤੱਕ ਉਹਨਾਂ ਨੇ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ। ਜੀ ਯਾਨੀ ਕਿ ਅਜੇ ਵੀ ਖਤਰਾ ਟਲਿਆ ਨਹੀਂ ਹੈ। ਬਿਲਕੁਲ ਜੀ, ਬਿਲਕੁਲ ਜੀ। ਚਲੋ ਸ਼ੁਕਰੀਆ ਹਰਜੀਤ ਕੌਰ ਜੀ ਸਾਡੇ ਨਾਲ ਗੱਲ ਕਰਨ ਦੇ ਲਈ। ਹਰਜੀਤ ਕੌਰ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹ ਧੋਖਾਧੜੀ ਦਾ ਸ਼ਿਕਾਰ ਹੋਏ ਸੀ ਤੇ ਹੋਰ ਵੀ ਬਹੁਤ ਸਾਰੇ ਵਿਦਿਆਰਥੀ ਬ੍ਰਿਜੇਸ਼ ਮਿਸ਼ਰਾ ਦੀ ਜਾਂ ਹੋਰ ਏਜੰਟਸ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਸੀ ਤੇ ਹੁਣ ਬ੍ਰਿਜੇਸ਼ ਮਿਸ਼ਰਾ ਦੀ ਗ੍ਰਿਫਤਾਰੀ ਦੇ ਨਾਲ ਉਹਨਾਂ ਨੂੰ
ਉਮੀਦ ਜਾਗੀ ਹੈ ਕਿ ਉਹਨਾਂ ਦਾ ਕੇਸ ਹੋਰ ਸਟਰੋਂਗ ਹੋਏਗਾ। ਸਾਡੇ ਨਾਲ ਕੈਨੇਡਾ ਤੋਂ ਐਕਟਿਵਿਸਟ ਜਸਪ੍ਰੀਤ ਸਿੰਘ ਵੀ ਜੁੜੇ ਨੇ। ਜਸਪ੍ਰੀਤ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਬ੍ਰਿਜੇਸ਼ ਮਿਸ਼ਰਾ ਦੀ ਗ੍ਰਿਫਤਾਰੀ ਹੋਈ ਹੈ, ਅਸੀਂ ਵਿਦਿਆਰਥੀ ਦੇ ਨਾਲ ਵੀ ਗੱਲਬਾਤ ਕਰ ਰਹੇ ਸੀ, ਤੁਸੀਂ ਇਹਨਾਂ ਪ੍ਰਦਰਸ਼ਨਾਂ ਦੇ ਨਾਲ ਜੁੜੇ ਰਹੇ ਹੋ ਇਸ ਪੂਰੇ ਮਾਮਲੇ ਦੇ ਨਾਲ। ਇਸ ਕੇਸ ਨੂੰ ਹੁਣ ਕਿਵੇਂ ਤੁਹਾਨੂੰ ਲੱਗਦਾ ਹੈ ਕਿ ਸਟਰੋਂਗ ਬਣੇਗਾ ਬ੍ਰਿਜੇਸ਼ ਮਿਸ਼ਰਾ ਦੀ ਗ੍ਰਿਫਤਾਰੀ ਦੇ ਨਾਲ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸੋ ਪਿਛਲੇ ਲਾਸਟ ਵੀਕ ਤੱਕ ਜੋ ਐਡਵਾਂਸਮੈਂਟ ਹੋਈਆਂ ਸੀਗੀਆਂ ਉਹਨਾਂ ਦੇ ਹਿਸਾਬ ਨਾਲ, ਜਿਵੇਂ ਤੁਹਾਨੂੰ ਪਤਾ ਹੀ ਆ ਕਿ ਜਿਹੜੀਆਂ ਡੈਪੂਟੇਸ਼ਨ ਸੀਗੀਆਂ ਉਹ ਸਟਾਪ ਕੀਤੀਆਂ ਸੀਗੀਆਂ ਸ਼ੌਨ ਫਰੇਜ਼ਰ ਇਮੀਗ੍ਰੇਸ਼ਨ ਮਿਨਿਸਟਰ ਨੇ। ਪਰ ਉਹਦੇ ਨਾਲ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਸੀਗੀ ਕਿ ਜਿਹੜੇ ਕੇਸ ਆ ਇਹ ਇਹਨਾਂ ਨੂੰ 1 ਬਾਏ 1 ਇਨਵੈਸਟੀਗੇਟ ਕੀਤਾ ਜਾਊਗਾ। ਸੋ ਉਹਦੇ ਵਿੱਚ ਕਾਫੀ ਜ਼ਰੂਰੀ ਸੀਗਾ ਵਿਦਿਆਰਥੀਆਂ ਲਈ ਆਪਣੇ ਆਪ ਨੂੰ ਇਨੋਸੈਂਟ ਪ੍ਰੂਵ ਕਰਨਾ, ਕਿਉਂਕਿ ਕੈਨੇਡੀਅਨ ਗਵਰਨਮੈਂਟ ਨੇ ਵਿਦਿਆਰਥੀਆਂ ਦੇ ਉੱਤੇ ਰੱਖਿਆ ਸੀਗਾ। ਸੋ ਪਿਛਲੇ ਕਾਫੀ ਸਮੇਂ ਤੋਂ ਵਿਦਿਆਰਥੀ ਮੰਗ ਵੀ ਕਰਦੇ ਸੀਗੇ ਕਿ ਇੰਡੀਆ ਦੇ ਵਿੱਚ ਜਿਹੜੇ ਵੀ ਹੈਗੇ ਨੇ ਏਜੰਟ 5-6 ਦੇ ਆਸ-ਪਾਸ ਹੈਗੇ ਨੇ ਕਿ ਉਹਨਾਂ ਦੇ ਉੱਤੇ ਮਤਲਬ ਉਹ ਕ੍ਰੈਕਡਾਊਨ ਹੋਵੇ, ਇਨਵੈਸਟੀਗੇਸ਼ਨ ਕੀਤੀ ਜਾਵੇ ਉਹਨਾਂ ਦੀ। ਸੋ ਇਹ ਕਾਫੀ ਚੰਗੀ ਖਬਰ ਅੱਜ ਆਈ ਆ, ਕਾਫੀ ਮਤਲਬ ਉਮੀਦ ਖੁੱਲੀ ਆ ਵਿਦਿਆਰਥੀਆਂ ਦੀ ਹੁਣ ਜਦੋਂ ਪਤਾ ਲੱਗਾ ਬ੍ਰਿਜੇਸ਼ ਮਿਸ਼ਰਾ ਦਾ। ਹੋਪਫੁਲੀ ਇਹਦੇ ਚੋਂ ਹੋਰ ਗੱਲਾਂ ਬਾਹਰ ਆਉਣਗੀਆਂ ਤੇ ਸਟੇਟਮੈਂਟ ਦੇ ਨਾਲ ਵਿਦਿਆਰਥੀਆਂ ਦਾ ਕੇਸ ਹੋਰ ਸਟਰੋਂਗ ਹੋਊਗਾ। ਜੀ, ਜਿਵੇਂ ਹਰਜੀਤ ਕੌਰ ਨਾਲ ਵੀ ਅਸੀਂ ਗੱਲ ਕਰ ਰਹੇ ਸੀ ਕਿ ਇਹ ਪੂਰੇ ਮਾਮਲੇ ਦੀ ਹੁਣ ਜਾਂਚ ਹੋਏਗੀ, ਜਾਂ ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਕਿ ਇੱਕ ਕੇਸ ਦੀ ਜਾਂਚ ਹੋਏਗੀ, ਤਾਂ ਉਸ ਜਾਂਚ ਨੂੰ ਲੈ ਕੇ ਕੁਝ ਸ਼ੁਰੂਆਤ ਹੋਈ ਹੈ? ਕੋਈ ਵਿਦਿਆਰਥੀਆਂ ਨੂੰ ਸੱਦਿਆ ਜਾ ਰਿਹਾ ਹੈ ਜਾਂ ਇੱਕ ਵਿਦਿਆਰਥੀ ਦਾ ਕੇਸ ਸਟੱਡੀ ਕੀਤਾ ਜਾ ਰਿਹਾ ਹੈ? ਹੋ ਕੀ ਰਿਹਾ ਇਸ ਵੇਲੇ? ਨਹੀਂ, ਏਦਾਂ ਹਜੇ ਨਹੀਂ ਹੋਇਆ। ਕੱਲ ਪਰਸੋਂ ਵਿਦਿਆਰਥੀਆਂ ਦਾ ਇੱਕ ਵਫਦ ਵਿਦਿਆਰਥੀ ਗਏ ਵੀ ਸੀਗੇ, ਜਿਹੜੀ ਸਟੈਂਡਿੰਗ ਕਮੇਟੀ ਹੁੰਦੀ ਇਮੀਗ੍ਰੇਸ਼ਨ ਵਿੱਚ, ਤੇ ਗਵਰਨਮੈਂਟ ਨੇ ਵੈਸੇ ਓਵਰਵਿਊ ਜਾਂ ਥੋੜਾ ਜਿਹਾ ਦੱਸਿਆ ਜਿੱਦਾਂ ਬਾਹਰੋਂ ਲੇਆਊਟ ਪ੍ਰੋਗਰਾਮ ਦੀ ਕਿ ਜਿਨ੍ਹਾਂ ਦੇ ਕੋਰਟ ਦੀ ਹੀਅਰਿੰਗ ਦੇ ਵਿੱਚ ਨੈਗੇਟਿਵ ਰਿਜ਼ਲਟ ਆਏ ਆ, ਉਹ ਉਹਨਾਂ ਦੇ ਕੇਸ ਨੂੰ ਜਿਹੜੀ ਇੱਕ ਟਾਸਕ ਫੋਰਸ ਬਣਾਈ ਗਈ ਹੈ ਸੀਨੀਅਰ ਅਫੀਸ਼ੀਅਲ ਦੀ ਇਮੀਗ੍ਰੇਸ਼ਨ ਰਜਿਸਟਰੀ ਦੇ, ਉਹਨਾਂ ਵੱਲੋਂ ਕੇਸ ਕੰਸੀਡਰ ਕੀਤੇ ਜਾਣਗੇ। ਪਰ ਉਹਨਾਂ ਦਾ ਪੈਰਾਮੀਟਰ ਕੀ ਹੋਣਗੇ, ਪੈਰਾਮੀਟਰ ਹਜੇ ਜ਼ਾਹਰ ਨਹੀਂ ਹੈਗੇ। ਬੇਸਿਕਲੀ ਗੱਲ ਹੈ ਕਿ ਜਿਹੜੀ ਸਮਝਣ ਵਾਲੀ ਆ ਉਹ ਇਹੀ ਆ ਕਿ ਕੈਨੇਡੀਅਨ ਲਾਅ ਦੇ ਹਿਸਾਬ ਨਾਲ ਇਹ ਵਿਦਿਆਰਥੀ ਗਿਲਟੀ ਨੇ। ਕੈਨੇਡੀਅਨ ਲਾਅ ਦੇ ਹਿਸਾਬ ਨਾਲ ਡਜ਼ਨਟ ਮੈਟਰ ਮਿਸ ਰੈਪ੍ਰਜ਼ੈਂਟੇਸ਼ਨ ਏਜੰਟ ਨੇ ਕੀਤੀ ਆ, ਵਿਦਿਆਰਥੀ ਨੇ ਕੀਤੀ, ਮਤਲਬ ਜਿਹਦੀ ਫਾਈਲ ਦੇ ਵਿੱਚ ਮਿਸ ਰੈਪ੍ਰਜ਼ੈਂਟੇਸ਼ਨ ਆ ਉਹਨੂੰ 5 ਸਾਲ ਦਾ ਬੈਨ ਲੱਗਦਾ ਤੇ ਉਹਨੂੰ ਡੈਪੂਟੇਸ਼ਨ ਹੁੰਦੀ ਆ। ਸੋ ਉਹ ਇੱਕ ਤਾਂ ਉਹ ਮਤਲਬ ਉਹਨੂੰ ਲਾਅ ਨੂੰ ਚੇਂਜ ਕਰਨਾ ਬਹੁਤ ਵੱਡੀ ਗੱਲ ਆ। ਸੋ ਜਿਹੜਾ ਹੈ ਜਿਹੜੀ ਉਹਨਾਂ ਨੇ ਇੱਕ ਟਾਸਕ ਫੋਰਸ ਅਨਾਊਂਸ ਕੀਤੀ ਆ ਕਿ ਕੋਰਟ ਦੇ ਵਿੱਚ ਜਿਹਨੂੰ ਨੈਗੇਟਿਵ ਹੀਅਰਿੰਗ ਆਈ ਆ ਜਾਂ ਮਤਲਬ ਚਲੋ ਜਿਹਨੂੰ ਐਕਸਕਲੂਜ਼ਨ ਆਰਡਰ ਮਿਲੇ ਆ, ਉਹਨਾਂ ਦੀ ਸਪੈਸ਼ਲ ਕੰਸੀਡਰੇਸ਼ਨ ਉਸ ਟਾਸਕ ਫੋਰਸ ਵੱਲੋਂ ਹੋਊਗੀ, ਜੋ ਉਹਦੇ ਵਿੱਚ ਮਤਲਬ ਉਹਨਾਂ ਨੇ ਜੋ ਪੈਰਾਮੀਟਰ ਇਸ ਵੇਲੇ ਕੰਸਰਨ ਵਿਦਿਆਰਥੀਆਂ ਦੇ ਵਿੱਚ ਉਹ ਪੈਰਾਮੀਟਰ ਦਾ, ਕਿਉਂਕਿ ਜੇ ਦੁਬਾਰਾ ਫੇਰ ਉਸੇ ਲਾਅ ਬਾਈ ਬੁੱਕ ਆਫ ਲਾਅ ਚੱਲਣਾ, ਫੇਰ ਨਿਆਣੇ ਉਹਦੇ ਵਿੱਚ ਗਿਲਟੀ ਹੋਣਗੇ। ਪਰ ਗਵਰਨਮੈਂਟ ਨੇ ਕਿਹਾ ਹੈ ਕਿ ਉਹਦੇ ਹਿਸਾਬ ਨਾਲ ਨਹੀਂ, ਉਹਨੂੰ ਬਾਈਪਾਸ ਕੀਤਾ ਜਾਊਗਾ ਤੇ ਸਰਟਨ ਪੈਰਾਮੀਟਰਸ ਹੋਣਗੇ ਇਸ ਇਨਵੈਸਟੀਗੇਸ਼ਨ ਦੇ। ਉਹਦੇ ਵਿੱਚੋਂ ਉਹਨਾਂ ਪੈਰਾਮੀਟਰਸ ਦੇ ਵਿੱਚ ਇੱਦਾਂ ਕਿ ਵਿਦਿਆਰਥੀ ਨੂੰ ਆਪਣੇ ਆਪ ਨੂੰ ਇਨੋਸੈਂਟ ਪ੍ਰੂਵ ਕਰਨਾ। ਕਾਫੀ ਇਹਨਾਂ ਦੇ ਕੋਲ ਆਰਗੂਮੈਂਟਸ ਹੈਗੇ ਆ, ਜਿਵੇਂ ਜਿਹੜਾ ਵਿਦਿਆਰਥੀ ਇੱਥੇ ਸਟੱਡੀ ਵੀਜ਼ਾ ਤੇ ਆਇਆ, ਹਾਊਐਵਰ ਉਹਨਾਂ ਦੀ ਆਫਰ ਲੈਟਰ ਫੇਕ ਸੀਗੀ, ਪਰ ਜਿਨ੍ਹਾਂ ਨੇ ਇੱਥੇ ਆ ਕੇ ਸਟੱਡੀ ਪੂਰੀ ਕੀਤੀ ਆ, ਇਹਦਾ ਮਤਲਬ ਉਹਨਾਂ ਦੀ ਇੰਟੈਂਸ਼ਨ ਇਹਨੂੰ ਸੀਗੀ ਪੜ੍ਹਨ ਦੀ। ਤੇ ਉਸ ਤੋਂ ਇਲਾਵਾ ਉਹ ਦੇਖਣ ਮੋਸਟ ਲਾਈਕਲੀ ਇੱਦਾਂ ਉਹਨਾਂ ਨੇ ਅਨਾਊਂਸ ਨਹੀਂ ਕੀਤਾ, ਸਾਨੂੰ ਇਹ ਲੱਗਦਾ। ਦੂਸਰੀ ਚੀਜ਼ ਦੇਖਣ ਕਿ ਉਹਨਾਂ ਦੇ ਉੱਥੇ ਇੰਡੀਆ ਦੇ ਵਿੱਚ ਨੰਬਰ ਵਗੈਰਾ ਕਿਵੇਂ ਦੇ ਆਉਂਦੇ ਰਹੇ ਆ, ਆਲਸ ਵਿੱਚ ਕੀ ਸਕੋਰ ਆ, ਕਿ ਉਹ ਆਪ ਕੈਪੇਬਲ ਸੀਗੇ ਆਪ ਜੈਨੂਅਨ ਆਫਰ ਲੈਟਰ ਲੈਣ ਦੇ। ਸੋ ਸ਼ਾਇਦ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਉਹਨਾਂ ਵੱਲੋਂ ਫੈਸਲਾ ਜਾਊਗਾ। ਪਰ ਹਾਊਐਵਰ ਗਵਰਨਮੈਂਟ ਨੇ ਇੱਦਾਂ ਦਾ ਕੁਛ ਵੀ ਅਨਾਊਂਸ ਨਹੀਂ ਕੀਤਾ। ਇਹ ਜਿਹੜੀਆਂ ਮਿਨਿਸਟਰਸ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਉਹਦੇ ਵਿੱਚੋਂ ਸਾਨੂੰ ਮਤਲਬ ਪਤਾ ਲੱਗ ਰਿਹਾ ਹੈ ਕਿ ਇੱਦਾਂ ਦੇ ਪੈਰਾਮੀਟਰ ਹੋ ਸਕਦੇ ਆ, ਪਰ ਹਜੇ ਵੀ ਉਡੀਕ ਆ। ਸੋ ਇਸੇ ਕਰਕੇ ਵਿਦਿਆਰਥੀ ਨੇ ਸੀਗੀ ਭਗਵੰਤ ਮਾਨ ਨੂੰ ਕਿ CM ਪੰਜਾਬ ਉਹਨਾਂ ਨੂੰ ਕਿ ਏਜੰਟਸ ਦੇ ਉੱਤੇ ਇਹਨਾਂ ਦੇ ਇਨਵੈਸਟੀਗੇਸ਼ਨ ਕੀਤੀ ਜਾਵੇ, ਤੇ ਤਾਂ ਕਿ ਉਹ ਜਿਹੜੀਆਂ ਫਿਰ ਉੱਥੋਂ ਉਹਨਾਂ ਤੋਂ ਸਟੇਟਮੈਂਟਸ ਆਉਣਗੀਆਂ ਜਾਂ ਕੋਈ ਵੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਵੀ ਰਿਪੋਰਟ ਆਉਂਦੀ ਆ ਉਹਨੂੰ ਕੈਨੇਡੀਅਨ ਅਥਾਰਟੀਜ਼ ਨਾਲ ਸ਼ੇਅਰ ਕੀਤਾ ਜਾਵੇ, ਤਾਂ ਕਿ ਜਿਹੜੇ ਇਹਨਾਂ ਵਿਦਿਆਰਥੀ ਇਨੋਸੈਂਸ ਉਹ ਪ੍ਰੂਵ ਕੀਤੀ ਜਾਵੇ। ਜੀ, ਅੱਛਾ, ਇਸ ਨੂੰ ਲੈ ਕੇ ਜਿਵੇਂ ਇਹ ਵੀ ਬੜਾ ਵੱਡਾ ਸਵਾਲ ਵਾਰ-ਵਾਰ ਉੱਠਦਾ ਰਿਹਾ ਹੈ ਜਾਂ ਸਭ ਦੇ ਮਨ ਦੇ ਵਿੱਚ ਆਉਂਦਾ ਹੈ ਕਿ ਜੇ ਫੇਕ ਆਫਰ ਲੈਟਰ ਸੀ ਤਾਂ ਵੀਜ਼ਾ ਕਿਵੇਂ ਲੱਗ ਗਿਆ, ਯਾਨੀ ਕਿ ਕੈਨੇਡੀਅਨ ਅਥਾਰਟੀਜ਼ ਨੇ ਇਜਾਜ਼ਤ ਕਿਵੇਂ ਦੇ ਦਿੱਤੀ ਉਹਨਾਂ ਵਿਦਿਆਰਥੀਆਂ ਨੂੰ ਆਉਣ ਦੀ? ਉਹ ਉੱਥੇ ਪੜ੍ਹ ਵੀ ਰਹੇ ਨੇ, ਉਹ ਉੱਥੇ ਵਰਕ ਵੀਜ਼ਾ ਤੇ ਕੰਮ ਵੀ ਕਰਦੇ ਨੇ, ਵਰਕ ਪਰਮਿਟ ਵੀ ਉਹਨਾਂ ਨੂੰ ਮਿਲ ਜਾਂਦਾ, ਤੇ ਫਿਰ ਜਦੋਂ PR ਦੀ ਫਾਈਲ ਲੱਗਦੀ ਹੈ ਉਦੋਂ ਪਤਾ ਲੱਗਦਾ ਹੈ ਕਿ ਫਰਾਡ ਦਾ ਕੇਸ ਪੈ ਗਿਆ। ਤਾਂ ਕੀ ਜਾਂਚ ਸਿਰਫ ਵਿਦਿਆਰਥੀਆਂ ਦੇ ਕੇਸਿਸ ਦੀ ਹੋ ਰਹੀ ਹੈ ਜਾਂ ਇਹ ਪੂਰੇ ਮਾਮਲੇ ਨੂੰ ਮਤਲਬ ਅਥਾਰਟੀਜ਼ ਆਪਣੇ ਲੈਵਲ ਤੇ ਜਾਂਚ ਕਰ ਰਹੀਆਂ ਨੇ ਕਿ ਉਹਨਾਂ ਦਾ ਕੀ ਕਸੂਰ ਰਿਹਾ ਜਾਂ ਉਹਨਾਂ ਦੇ ਵੱਲੋਂ ਕਿੱਥੇ ਗਲਤੀ ਰਹੀ ਹੈ ਜਾਂ ਇਹ ਚੀਜ਼ ਦੁਬਾਰਾ ਨਾ ਵਾਪਰੇ, ਇਸ ਦੇ ਲਈ ਕੀ ਇਸ ਪੂਰੇ ਮੈਟਰ ਦੀ ਵੀ ਜਾਂਚ ਹੋ ਰਹੀ ਹੈ? ਨਹੀਂ, ਬਿਲਕੁਲ। ਇਹ ਜਿੱਦਾਂ ਕੈਨੇਡੀਅਨ ਗਵਰਨਮੈਂਟ ਦਾ, ਇਹਨਾਂ ਦਾ ਇਮੀਗ੍ਰੇਸ਼ਨ ਦਾ ਜਾਂ CBSE ਦਾ ਇਹਨਾਂ ਦਾ ਪ੍ਰੋਗਰਾਮ ਹੁੰਦਾ ਹੀ ਹੈ, ਇਹ ਮਤਲਬ ਬੈਕ ਚੈੱਕ ਕਰਦੇ ਹੀ ਹੁੰਦੇ ਆਪਣੀਆਂ ਫਾਈਲਸ ਦਾ।
ਪਰ ਜਿਹੜੇ ਇਹਨਾਂ ਕੇਸਾਂ ਦੇ ਵਿੱਚ ਜਿਹੜੇ ਵਿਦਿਆਰਥੀਆਂ ਦੀਆਂ ਫਾਈਲਾਂ ਆਈਆਂ ਇਹਨਾਂ ਚੋਂ ਕੁਝ ਤਾਂ ਉਹ ਸੀਗੇ ਜਿਨ੍ਹਾਂ ਨੇ ਹਜੇ ਵਰਕ ਪਰਮਿਟ ਅਪਲਾਈ ਕੀਤਾ ਸੀਗਾ ਜਾਂ ਕਈਆਂ ਨੇ PR ਅਪਲਾਈ ਕੀਤੀ ਸੀਗੀ, ਉਹਨਾਂ ਦੀ ਐਪਲੀਕੇਸ਼ਨ ਫਾਈਲ ਉਦੋਂ ਖੋਲੀ ਆ। ਹਜੇ ਐਗਜ਼ੈਕਟਲੀ ਜ਼ਿਆਦਾ ਜਾਣਕਾਰੀ ਨਹੀਂ ਹੈ, ਪਰ ਮੋਸਟ ਲਾਈਕਲੀ ਇੱਦਾਂ ਲੱਗ ਰਿਹਾ ਕਿ ਜਿਵੇਂ ਜਿੱਦਾਂ ਕੋਈ ਕਾਲਜ ਦੇ ਵਿੱਚ ਐਡਮਿਸ਼ਨ ਲੈਂਦਾ ਹੁੰਦਾ ਨਾ, ਜਿੱਦਾਂ ਫੋਰ ਐਗਜ਼ਾਮਪਲ ਕਹਿ ਲਓ ਕਿ ਇੱਕ ਕਾਲਜ ਆ ਉਹਦੇ ਕੋਲ 1000 ਸੀਟਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਲਈ, ਪਰ ਉਹਦੇ ਵਿੱਚੋਂ ਐਡਮਿਸ਼ਨ 1050 ਸੀਟਾਂ ਦੀ ਹੋਈ ਹੋਊਗਾ। ਮਤਲਬ 50 ਜਾਨੀ ਜਦੋਂ ਹੁਣ ਕੋਈ ਇੱਥੇ ਐਂਟਰੀ ਕਰਦਾ ਕੈਨੇਡਾ ਦੇ ਵਿੱਚ ਤਾਂ ਇਮੀਗ੍ਰੇਸ਼ਨ ਨੇ ਉਹਨੂੰ 1050 ਉਹਨਾਂ ਨੂੰ ਸਟੱਡੀ ਪਰਮਿਟ ਦੇ ਦਿੱਤੇ ਆ, ਪਰ ਕਾਲਜ ਦੀ ਕਪੈਸਿਟੀ 1000 ਸੀਗੀ ਤੇ ਜਿਹੜੀ ਕਾਲਜ ਤੇ CBS ਆ ਇਮੀਗ੍ਰੇਸ਼ਨ ਦੀ ਕਮਿਊਨੀਕੇਸ਼ਨ ਹੁੰਦੀ ਆ ਮਤਲਬ ਸਰਟਨ ਟਾਈਮ ਬਾਅਦ। ਸੋ ਉਹਦੇ ਵਿੱਚ ਉਹਨਾਂ ਨੇ ਫਾਈਲਾਂ ਫਲੈਗ ਕੀਤੀਆਂ ਕਿ ਅਸੀਂ ਇਹਨਾਂ 50 ਫਾਈਲਾਂ ਜਸਟ ਆਪਾਂ ਐਗਜ਼ਾਮਪਲ ਲੈ ਰਹੇ ਹਾਂ ਕਿ ਉਹ 50 ਫਾਈਲਾਂ ਨੂੰ ਅਸੀਂ ਵੀਜ਼ਾ ਉਹ ਜਿਹੜੇ ਦਿੱਤੇ ਆ ਕਾਲਜ ਨੇ ਉਹ ਕਨਫਰਮ ਨਹੀਂ ਕੀਤੇ ਕਿ ਕਾਲਜ ਨੇ ਐਡਮਿਸ਼ਨ ਦਿੱਤੀ। ਫਿਰ ਉਹ ਇਸ ਤਰ੍ਹਾਂ ਕਿਹਾ ਜਾ ਰਿਹਾ ਕਿ ਉਹ CBS ਨੇ ਉਦੋਂ ਫਾਈਲਾਂ ਫਲੈਗ ਕਰਤੀਆਂ ਸੀਗੀਆਂ। ਜਦੋਂ ਫਿਰ ਉਹਨਾਂ ਦੇ ਗਾਂ ਵਰਕ ਪਰਮਿਟ ਅਪਲਾਈ ਹੋਏ ਆ ਜਾਂ ਫਿਰ PR ਅਪਲਾਈ ਹੋਏ ਆ ਤਾਂ ਫਿਰ ਉਹਨਾਂ ਦੀ ਇਨਵੈਸਟੀਗੇਸ਼ਨ ਖੁੱਲੀ ਸੀਗੀ, ਪਰ ਇਹਦੇ ਬਾਰੇ ਹਜੇ ਮਤਲਬ ਕੋਈ ਜ਼ਿਆਦਾ ਠੋਸ ਜਾਣਕਾਰੀ ਨਹੀਂ ਹੈਗੀ ਕਿ ਇੱਦਾਂ ਹੀ ਆ ਜਾਂ ਫਿਰ ਕਿਉਂਕਿ ਬੈਠੀ ਜੇ ਗੱਲ ਇਹ ਵੀ ਆਈ ਸੀਗੀ ਕਿ ਕਿਸੇ ਨੇ ਟਿਪ ਦਿੱਤੀ ਸੀਗੀ ਕਿ ਆਲੇ ਏਜੰਟਾਂ ਦੇ ਥਰੂ ਜਿਹੜੀਆਂ ਫਾਈਲਾਂ ਲੱਗੀਆਂ ਉਹ ਮਤਲਬ ਫੇਕ ਸੀਗੀਆਂ। ਸੋ ਇਹਦੇ ਬਾਰੇ ਹਜੇ ਮਤਲਬ ਬਹੁਤ ਜ਼ਿਆਦਾ ਪੁਖਤਾ ਜਿਹੜੀ ਜਾਣਕਾਰੀ ਆ ਉਹ ਨਹੀਂ ਹੈਗੀ। ਫੇਲੀਅਰ ਜ਼ਰੂਰ ਹੈਗਾ ਇਸ ਵੇਲੇ ਮਤਲਬ ਸਰਕਾਰ ਦਾ, ਉਹ ਵੀ ਖਾਸ ਤੌਰ ਤੇ ਜੇ ਕਿਤੇ ਵਿਦਿਆਰਥੀਆਂ ਦਾ ਇਹ ਕਹਿਣਾ ਸੀਗਾ ਜੇਕਰ ਉਹਨਾਂ ਨੂੰ ਉਦੋਂ ਹੀ ਮੋੜ ਦਿੱਤਾ ਜਾਂਦਾ ਤਾਂ ਬਹੁਤ ਸੌਖਾ ਹੋਣਾ ਸੀਗਾ। ਹੁਣ 4-4 5-5 ਸਾਲ ਹੋ ਗਏ ਸਾਰਿਆਂ ਨੂੰ ਤੇ ਹਜ਼ਾਰਾਂ ਲੱਖਾਂ ਡਾਲਰ ਵੀ ਉਹਨਾਂ ਨੇ ਇਨਵੈਸਟ ਕੀਤਾ ਮਤਲਬ ਲਾਏ ਹੋਏ ਆਪਣੇ ਹਨਾ ਲਾਈਫ ਟਾਈਮ ਸੇਵਿੰਗਸ ਉਹਨਾਂ ਦੀਆਂ ਫੈਮਿਲੀ ਦੀਆਂ, ਤੇ ਹੁਣ ਉਹਨਾਂ ਨੂੰ ਵਾਪਸ ਜਿਹੜਾ ਜਾਣਾ ਪੈ ਰਿਹਾ ਸੀਗਾ ਉਹ ਬਿਲਕੁਲ ਡੈਫੀਨੇਟਲੀ ਬਹੁਤ ਦੁਖਦਾਈ ਸੀਗਾ। ਜੀ ਜੀ, ਚਲੋ ਸ਼ੁਕਰੀਆ ਜਸਪ੍ਰੀਤ ਜੀ ਸਾਡੇ ਨਾਲ ਜੁੜਨ ਦੇ ਲਈ। ਤਾਂ ਇਹ ਪੂਰਾ ਮਾਮਲਾ ਹੈ, ਕਾਫੀ ਸਮੇਂ ਤੋਂ ਇਹ ਮਾਮਲਾ ਉੱਠ ਰਿਹਾ ਹੈ ਜਦੋਂ ਤੋਂ ਡਿਪੋਰਟੇਸ਼ਨ ਦਾ ਖਤਰਾ ਵਿਦਿਆਰਥੀਆਂ ਤੇ ਬਣਿਆ ਹੈ ਜਾਂ ਉਹਨਾਂ ਨੂੰ ਨੋਟਿਸ ਆਉਣੇ ਸ਼ੁਰੂ ਹੋਏ ਨੇ। ਫਿਲਹਾਲ ਖੈਰ ਡਿਪੋਰਟੇਸ਼ਨ ਤੇ ਤਾਂ ਸਟੇ ਲੱਗਿਆ ਹੈ, ਲੇਕਿਨ ਦੂਸਰੇ ਪਾਸੇ ਇਸ ਪੂਰੇ ਮਾਮਲੇ ਦੀ ਜਾਂਚ ਹੋਏਗੀ, ਇੱਕ ਕੇਸ ਦੀ ਜਾਂਚ ਹੋਏਗੀ। ਅਜੇ ਖਤਰਾ ਟਲਿਆ ਨਹੀਂ ਹੈ, ਵਿਦਿਆਰਥੀਆਂ ਨੂੰ ਖੁਦ ਪ੍ਰੂਵ ਕਰਨਾ ਪਏਗਾ ਕਿ ਉਹਨਾਂ ਦੀ ਜਿਹੜੀ ਇੰਟੈਂਸ਼ਨ ਸੀ ਉਹ ਜੈਨੂਇਨ ਸੀ ਤੇ ਉਹਨਾਂ ਦੇ ਨਾਲ ਫਰਾਡ ਹੋਇਆ। ਜਿਵੇਂ ਜਸਪ੍ਰੀਤ ਸਿੰਘ ਨੇ ਬੜੀ ਡਿਟੇਲ ਦੇ ਵਿੱਚ ਐਕਸਪਲੇਨ ਕੀਤਾ ਕਿ ਭਾਵੇਂ ਏਜੰਟ ਦੇ ਥਰੂ ਹੋਇਆ ਹੋਵੇ ਲੇਕਿਨ ਉਹਨਾਂ ਦੀ ਫਾਈਲ ਦੇ ਵਿੱਚ ਜਦੋਂ ਇੱਕ ਵਾਰ ਫਰਾਡ ਆ ਗਿਆ ਤਾਂ ਲੀਗਲ ਸਿਸਟਮ ਦੇ ਅਨੁਸਾਰ ਵਿਦਿਆਰਥੀਆਂ ਦੇ ਵੱਲੋਂ ਫਰਾਡ ਕੀਤਾ ਗਿਆ ਹੈ। ਤਾਂ ਉਸ ਪੂਰੇ ਮਾਮਲੇ ਨੂੰ ਹੁਣ ਕਿਵੇਂ ਜਾਂਚ ਕੀਤੀ ਜਾਏਗੀ, ਕਿਵੇਂ ਇਸ ਨੂੰ ਦੇਖਿਆ ਜਾਏਗਾ, ਉਸ ਦੇ ਲਈ ਇੱਕ ਟਾਸਕ ਫੋਰਸ ਦਾ ਪਿਛਲੇ ਦਿਨੀ ਗਠਨ ਕੀਤਾ ਗਿਆ ਹੈ। ਤੇ ਇਸ ਸਭ ਦੇ ਵਿਚਾਲੇ ਵੱਡੀ ਖਬਰ, ਬ੍ਰਿਜੇਸ਼ ਮਿਸ਼ਰਾ ਗ੍ਰਿਫਤਾਰ ਹੋ ਚੁੱਕਿਆ ਹੈ। ਤੇ ਇਸੇ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਹੈ, ਕੈਨੇਡਾ ਦੇ ਵਿੱਚ ਏਜੰਟਸ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖੀ ਹੈ ਤੇ ਚਿੱਠੀ ਲਿਖ ਕੇ ਮੁੱਖ ਮੰਤਰੀ ਤੋਂ ਮਦਦ ਦੀ ਮੰਗ ਕੀਤੀ ਹੈ। ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਪੰਜਾਬ ਤੋਂ ਕੈਨੇਡਾ ਗਏ ਨੇ ਤੇ ਉਹਨਾਂ ਵਿਦਿਆਰਥੀਆਂ ਦੇ ਵੱਲੋਂ ਜਿਹੜਾ ਉੱਥੇ ਪ੍ਰਦਰਸ਼ਨ ਕੀਤਾ ਗਿਆ, ਇੱਕ ਮੋਰਚਾ ਲਾਇਆ ਗਿਆ, ਸਾਂਝੇ ਮੋਰਚੇ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਵੇ, ਟਾਸਕ ਫੋਰਸ ਬਣਾਉਣ ਦੀ ਉਹਨਾਂ ਨੇ ਮੰਗ ਕੀਤੀ ਹੈ। ਕੈਨੇਡੀਅਨ ਏਜੰਸੀਆਂ ਦੇ ਕੋਲ ਵਿਦਿਆਰਥੀਆਂ ਦਾ ਪੱਖ ਰੱਖਣ ਦੀ ਵੀ ਮੰਗ ਕੀਤੀ ਹੈ ਤਾਂ ਕਿ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਮਦਦ ਹੋਵੇ, ਉਹਨਾਂ ਦਾ ਜਿਹੜਾ ਉੱਥੇ ਸਟੇਟਸ ਹੈ ਉਸ ਨੂੰ ਲੈ ਕੇ ਮਦਦ ਹੋਵੇ, ਡਿਪੋਰਟੇਸ਼ਨ ਉਹਨਾਂ ਦੀ ਨਾ ਹੋਵੇ। ਸਟੂਡੈਂਟਸ ਦੇ ਹੱਕ ਦੇ ਵਿੱਚ ਕੈਨੇਡਾ ਦੀ ਸਰਕਾਰ ਅੱਗੇ ਮੁੱਦਾ ਚੁੱਕਣ ਦੀ ਵੀ ਉਹਨਾਂ ਨੇ ਅਪੀਲ ਕੀਤੀ ਹੈ ਤੇ ਧੋਖਾਧੜੀ ਕਰਨ ਵਾਲੇ ਏਜੰਟਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਬ੍ਰਿਜੇਸ਼ ਮਿਸ਼ਰਾ ਸਣੇ 5 ਏਜੰਟਸ ਦੇ ਨਾਮ, ਪਤੇ, ਏਜੰਸੀ ਦੇ ਨਾਮ ਇਸ ਚਿੱਠੀ ਦੇ ਵਿੱਚ ਦਰਜ ਕੀਤੇ ਗਏ ਨੇ ਜਿਨ੍ਹਾਂ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸਟੂਡੈਂਟਸ ਦੇ ਪੰਜਾਬ ਦੇ ਵਿੱਚ ਰਹਿੰਦੇ ਪਰਿਵਾਰਾਂ ਲਈ ਮਦਦ ਦੀ ਅਪੀਲ ਵੀ ਕੀਤੀ ਗਈ ਹੈ ਕਿ ਜਿਹੜੇ ਪਰਿਵਾਰ ਨੇ ਬਹੁਤ ਸਾਰਾ ਜਿਸ ਤਰੀਕੇ ਨਾਲ ਜਸਪ੍ਰੀਤ ਵੀ ਜ਼ਿਕਰ ਕਰ ਰਹੇ ਸੀ ਕਿ ਜ਼ਮੀਨ ਗਹਿਣੇ ਰੱਖ ਕੇ ਜਾਂ ਬਹੁਤ ਸਾਰਾ ਖਰਚਾ ਕਰਕੇ ਮਾਪੇ ਆਪਣੇ ਬੱਚਿਆਂ ਨੂੰ ਭੇਜਦੇ ਨੇ ਤਾਂ ਉਹਨਾਂ ਦੇ ਲਈ ਆਰਥਿਕ ਮਦਦ ਵੀ ਹੋਵੇ, ਇਹ ਵੀ ਇਸ ਚਿੱਠੀ ਦੇ ਜ਼ਰੀਏ ਲਿਖਿਆ ਗਿਆ ਹੈ। ਤਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਮਦਦ ਦੀ ਅਪੀਲ ਕੀਤੀ ਗਈ ਹੈ ਕਿ ਕੈਨੇਡੀਅਨ ਸਰਕਾਰ ਦੇ ਅੱਗੇ ਸਟਰੋਂਗਲੀ ਵਿਦਿਆਰਥੀਆਂ ਦਾ ਪੱਖ ਰੱਖਿਆ ਜਾਵੇ ਜਿਹੜੇ ਵਿਦਿਆਰਥੀ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਨੇ ਤੇ ਹੁਣ ਡਿਪੋਰਟ ਹੋਣ ਦੀ ਕਗਾਰ ਤੇ ਨੇ। ਜਿਵੇਂ ਵਿਦਿਆਰਥੀਆਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਕਿ ਭਾਵੇਂ ਸਟੇ ਲੱਗੀ ਹੈ ਡਿਪੋਰਟੇਸ਼ਨ ਤੇ ਲੇਕਿਨ ਖਤਰਾ ਅਜੇ ਟਲਿਆ ਨਹੀਂ ਹੈ, ਅਜੇ ਜਾਂਚ ਹੋਏਗੀ ਇੱਕ ਕੇਸ ਦੀ ਤਾਂ ਖਤਰਾ ਅਜੇ ਟਲਿਆ ਨਹੀਂ ਹੈ। ਤਾਂ ਪੰਜਾਬ ਸਰਕਾਰ ਤੋਂ, ਪੰਜਾਬ ਦੇ ਮੁੱਖ ਮੰਤਰੀ ਤੋਂ ਵਿਦਿਆਰਥੀਆਂ ਨੇ ਚਿੱਠੀ ਲਿਖ ਕੇ ਮਦਦ ਦੀ ਅਪੀਲ ਕੀਤੀ ਹੈ। ਖਬਰ ਤਰਨਤਾਰਨ ਤੋਂ ਹੈ ਜਿੱਥੇ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਨੂੰ ਢੇਰ ਕੀਤਾ ਗਿਆ ਹੈ। BSF ਨੇ ਪਾਕਿਸਤਾਨੀ ਡਰੋਨ ਗਿਰਾਇਆ ਹੈ। ਪਿੰਡ ਲਖਾਣਾ ਨੇੜੇ ਡਰੋਨ ਦੇਖਿਆ ਗਿਆ ਸੀ ਤੇ BSF ਦੇ ਵੱਲੋਂ ਇਸ ਵੇਲੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਜਾਰੀ ਹੈ। ਡਰੋਨ ਨਜ਼ਰ ਆਇਆ ਤਾਂ BSF ਦੇ ਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ। ਤਰਨਤਾਰਨ ਦੇ ਵਿੱਚ ਸਰਹੱਦ ਨੇੜੇ ਪਾਕਿਸਤਾਨ ਵਾਲੇ ਪਾਸਿਓਂ
ਡਰੋਨ ਆਇਆ, ਡਰੋਨ ਵੇਖਿਆ ਗਿਆ ਤਾਂ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ, ਡਰੋਨ ਨੂੰ ਢੇਰ ਕਰ ਦਿੱਤਾ ਗਿਆ। ਫਿਲਹਾਲ ਬੀਐਸਐਫ ਦੇ ਵੱਲੋਂ ਇਲਾਕੇ 'ਚ ਸਰਚ ਆਪਰੇਸ਼ਨ ਜਾਰੀ ਹੈ। ਨਸ਼ਾ ਸਪਲਾਈ ਕੀਤਾ ਜਾ ਰਿਹਾ ਸੀ ਜਾਂ ਹਥਿਆਰ, ਇਸ ਨੂੰ ਲੈ ਕੇ ਸਰਚ ਆਪਰੇਸ਼ਨ ਅਜੇ ਵੀ ਜਾਰੀ ਹੈ। ਤਰਨਤਾਰਨ ਦੇ ਵਿੱਚ ਇੱਕ ਪਾਕਿਸਤਾਨੀ ਡਰੋਨ ਗਿਰਾਇਆ ਗਿਆ ਹੈ। ਪਾਕਿਸਤਾਨ ਵਾਲੇ ਪਾਸਿਓਂ ਇਹ ਦਾਖਲ ਹੋਇਆ ਸੀ। ਤਰਨਤਾਰਨ ਦੇ ਲਖਾਣਾ ਪਿੰਡ ਦੇ ਵਿੱਚ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਤੇ ਇਸ ਡਰੋਨ ਨੂੰ ਗਿਰਾ ਦਿੱਤਾ ਗਿਆ। ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ। ਇਹ ਡਰੋਨ ਬਰਾਮਦ ਕਰ ਲਿਆ ਗਿਆ ਹੈ ਤੇ ਪੂਰੇ ਇਲਾਕੇ 'ਚ ਸਰਚ ਆਪਰੇਸ਼ਨ ਅਜੇ ਵੀ ਜਾਰੀ ਹੈ ਕਿ ਨਸ਼ਾ ਸਪਲਾਈ ਇਸ ਦੇ ਜ਼ਰੀਏ ਕੀਤਾ ਜਾ ਰਿਹਾ ਸੀ ਜਾਂ ਕੁਝ ਹੋਰ ਸਪਲਾਈ ਕੀਤਾ ਜਾ ਰਿਹਾ ਸੀ, ਉਸ ਨੂੰ ਲੈ ਕੇ ਜਾਂਚ ਹੋ ਰਹੀ ਹੈ। ਤਰਨਤਾਰਨ ਦਾ ਇਹ ਪੂਰਾ ਮਾਮਲਾ ਹੈ। ਤਰਨਤਾਰਨ ਦੇ ਪਿੰਡ ਲਖਾਣਾ ਨੇੜੇ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਐਂਟਰ ਕੀਤਾ। ਬੀਐਸਐਫ ਜਵਾਨਾਂ ਨੇ ਫਾਇਰਿੰਗ ਕਰਕੇ ਇਸ ਡਰੋਨ ਨੂੰ ਗਿਰਾ ਦਿੱਤਾ। ਫਿਲਹਾਲ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਜਾਰੀ ਹੈ। ਸਿਧਾਰਥ ਅਰੋੜਾ ਮੇਰੇ ਸਹਿਯੋਗੀ ਫੋਨ ਲਾਈਨ ਤੇ ਜੁੜ ਚੁੱਕੇ ਨੇ। ਸਿਧਾਰਥ, ਕੀ ਕੁਝ ਪੂਰੀ ਜਾਣਕਾਰੀ, ਕੁਝ ਬਰਾਮਦਗੀ ਹੋਈ ਹੈ? ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਡਰੋਨ ਜਿਹੜਾ ਬੀਐਸਐਫ ਦੇ ਨਾਲ ਪੁਲਿਸ ਨੇ ਜਿਹੜਾ ਰਿਕਵਰ ਕੀਤਾ, ਹਾਲਾਂਕਿ ਲਾਖਣਾ ਦੇ ਲਾਗੋਂ ਹੈ ਜਿਹੜਾ ਰਿਕਵਰ ਹੋਇਆ। ਫਿਲਹਾਲ ਜਿਹੜਾ ਉਸ ਏਰੀਏ ਦੇ ਵਿੱਚ ਲਾਗੇ ਜਿਹੜਾ ਸਰਚ ਆਪਰੇਸ਼ਨ ਜਿਹੜਾ ਲਗਾਤਾਰ ਜਾਰੀ ਹੈ। ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਡਰੋਨ ਦੀ ਮੂਵਮੈਂਟਸ ਦੀ ਜਿਹੜੀ ਚੱਲਦੀ ਆ ਰਹੀ ਸੀ। ਜੇ ਪਹਿਲਾਂ ਵੀ ਗੱਲ ਕਰ ਲਈਏ ਤਾਂ 2-3 ਦਿਨ ਪਹਿਲਾਂ ਵੀ ਜਿਹੜਾ ਡਰੋਨ ਜਿਹੜਾ ਰਿਕਵਰੀ ਹੋਇਆ, ਹਾਲਾਂਕਿ ਉਸ ਦੇ ਨਾਲ ਜਿਹੜਾ ਕੁਝ ਸਮਾਨ ਵੀ ਬਰਾਮਦ ਹੋਇਆ ਸੀ। ਲੇਕਿਨ ਆਪਾਂ ਕਹਿ ਸਕਦੇ ਕਿ ਪਾਕਿਸਤਾਨ ਜਿਹੜਾ ਆਪਣਾ ਨਾਪਾਕ ਹਰਕਤਾਂ ਤੋਂ ਜਿਹੜੇ ਉਸ ਦੇ ਤਸਕਰ ਨੇ ਉਹ ਜਿਹੜੇ ਨੇ ਬਾਜ ਨਹੀਂ ਆ ਰਹੇ। ਜੀ ਸ਼ੁਕਰੀਆ ਸਿਧਾਰਥ ਪੂਰੀ ਜਾਣਕਾਰੀ ਦੇ ਲਈ। ਤਾਂ ਇਹ ਤਸਵੀਰਾਂ ਤਰਨਤਾਰਨ ਦੀਆਂ ਨੇ। ਤਰਨਤਾਰਨ ਦੇ ਪਿੰਡ ਲਖਾਣਾ ਨੇੜੇ ਇਹ ਡਰੋਨ ਦੇਖਿਆ ਗਿਆ ਜੋ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਦੇ ਵਿੱਚ ਦਾਖਲ ਹੋਇਆ, ਜਿਸ ਨੂੰ ਗਿਰਾ ਦਿੱਤਾ ਗਿਆ ਹੈ। ਫਿਲਹਾਲ ਇਲਾਕੇ 'ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਦੋ 2024 ਦੇ ਵਿੱਚ ਵੀ 2022 ਵਾਲੀ ਫਾਈਟ। ਜੀ ਹਾਂ, ਲੋਕ ਸਭਾ ਚੋਣਾਂ ਨੂੰ ਲੈ ਕੇ ਵਿਰੋਧੀ ਦਲਾਂ ਦੀ ਕਰੀਬ ਸਹਿਮਤੀ ਬਣ ਗਈ ਹੈ, ਪਰ ਪੰਜਾਬ 'ਚ ਕੋਸ਼ਿਸ਼ਾਂ ਸਿਰੇ ਚੜ੍ਹਦੀਆਂ ਨਹੀਂ ਦਿਖ ਰਹੀਆਂ। ਦਰਅਸਲ ਕੱਲ ਪਟਨਾ ਦੇ ਵਿੱਚ ਹੋਈ ਮੀਟਿੰਗ 'ਚ ਬਾਕੀ ਸਾਰੇ ਦਲਾਂ ਦੇ ਵਿਚਾਲੇ ਸਹਿਮਤੀ ਹੋ ਗਈ, ਪਰ ਆਮ ਆਦਮੀ ਪਾਰਟੀ ਨੇ ਇਸ ਏਕਤਾ ਤੋਂ ਕਿਨਾਰਾ ਕਰ ਲਿਆ ਤੇ ਇਸ ਦੀ ਵਜ੍ਹਾ ਕੇਂਦਰ ਦੇ ਆਰਡੀਨੈਂਸ ਨੂੰ ਦੱਸਿਆ, ਜਿਸ ਤੇ ਆਮ ਆਦਮੀ ਪਾਰਟੀ ਨੂੰ ਅਜੇ ਤੱਕ ਕਾਂਗਰਸ ਤੋਂ ਸਮਰਥਨ ਨਹੀਂ ਮਿਲਿਆ। ਵਿਰੋਧੀ ਧਿਰਾਂ ਦੀ ਏਕਤਾ ਤੋਂ ਆਮ ਆਦਮੀ ਪਾਰਟੀ ਦੇ ਕਿਨਾਰੇ ਤੇ ਸਿਆਸਤ ਵੀ ਭਖਦੀ ਨਜ਼ਰ ਆ ਰਹੀ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਤਕਰਾਰ ਹੋ ਰਹੀ ਹੈ। ਇੱਕ ਦੂਸਰੇ ਨੂੰ ਬੀਜੇਪੀ ਦੀ ਬੀ ਟੀਮ ਦੱਸਿਆ ਜਾ ਰਿਹਾ ਹੈ। ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਆਇਆ ਕਿ ਸਾਬਿਤ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ। ਵਿਰੋਧੀ ਧਿਰ ਦੀ ਏਕਤਾ ਨੂੰ ਨੁਕਸਾਨ ਕਰਨ ਦਾ ਆਮ ਆਦਮੀ ਪਾਰਟੀ ਦਾ ਨਾਪਾਕ ਏਜੰਡਾ ਬੇਨਕਾਬ ਹੋ ਗਿਆ ਹੈ। ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਤਾਂ ਆਮ ਆਦਮੀ ਪਾਰਟੀ ਨੇ ਬਾਜਵਾ ਤੇ ਪਲਟਵਾਰ ਕੀਤਾ ਤੇ ਕਿਹਾ ਕਿ ਕਾਂਗਰਸ ਦੇ ਵੱਲੋਂ ਆਰਡੀਨੈਂਸ ਦੀ ਅਸਿੱਧੀ ਹਮਾਇਤ ਕੀਤੀ ਜਾ ਰਹੀ ਹੈ, ਕਿਉਂਕਿ ਆਮ ਆਦਮੀ ਪਾਰਟੀ ਨੂੰ ਸਮਰਥਨ ਨਹੀਂ ਦਿੱਤਾ ਜਾ ਰਿਹਾ, ਇਸ ਕਰਕੇ ਆਰਡੀਨੈਂਸ ਦੀ ਅਸਿੱਧੀ ਹਮਾਇਤ ਹੈ। ਮਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਦਾ ਬਿਆਨ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਬੀਜੇਪੀ ਦੀ ਰੈਪਲਿਕਾ ਹੈ, ਯਾਨੀ ਕਿ ਬੀਜੇਪੀ ਦਾ ਹੀ ਦੂਜਾ ਰੂਪ ਹੈ। ਤਾਂ ਆਪਸ ਦੇ ਵਿੱਚ ਵਾਰ ਹੋ ਰਹੇ ਨੇ। ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਟਵੀਟ ਕਰਕੇ ਲਿਖਿਆ ਗਿਆ ਕਿ ਪਹਿਲਾਂ ਹੀ ਸਾਬਤ ਹੋ ਚੁੱਕਿਆ ਹੈ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ। ਅਗਸਤ 2019 ਚ ਜਦੋਂ ਬੀਜੇਪੀ ਦੀ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਯੂਟੀਜ਼ ਚ ਬਦਲ ਦਿੱਤਾ ਸੀ ਤਾਂ ਕੇਜਰੀਵਾਲ ਨੇ ਬੀਜੇਪੀ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਸੀ। ਉਦੋਂ ਉਹਨਾਂ ਨੇ ਇਸ ਨੂੰ ਸੰਘਵਾਦ ਤੇ ਹਮਲਾ ਕਿਉਂ ਨਹੀਂ ਮੰਨਿਆ। ਹਮੇਸ਼ਾ ਦੀ ਤਰ੍ਹਾਂ ਕਾਂਗਰਸ ਪਾਰਟੀ ਜਮਹੂਰੀ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਭਾਰਤ ਦੇ ਸੰਵਿਧਾਨ ਦੀ ਰਾਖੀ ਲਈ ਲੜਦੀ ਰਹੇਗੀ। ਪਰ ਪਟਨਾ ਮੀਟਿੰਗ ਤੋਂ ਬਾਅਦ ਵਿਰੋਧੀ ਧਿਰ ਦੀ ਏਕਤਾ ਨੂੰ ਤੋੜਨ ਮਰੋੜਨ ਦਾ ਆਮ ਆਦਮੀ ਪਾਰਟੀ ਦਾ ਨਾਪਾਕ ਏਜੰਡਾ ਬੇਨਕਾਬ ਹੋ ਗਿਆ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਸੰਘਵਾਦ ਅਤੇ ਜਮਹੂਰੀ ਅਧਿਕਾਰਾਂ ਤੇ ਹਮੇਸ਼ਾ ਦੋਹਰਾ ਮਾਪਦੰਡ ਅਪਣਾਇਆ ਹੈ। ਤਾਂ ਪ੍ਰਤਾਪ ਸਿੰਘ ਬਾਜਵਾ ਇਸ਼ਾਰਾ ਕਰ ਰਹੇ ਨੇ ਕਿ ਜਦੋਂ ਦਿੱਲੀ ਦੀ ਗੱਲ ਆਉਂਦੀ ਹੈ ਤਾਂ ਪੂਰੇ ਸਟੇਟ ਦੇ ਹੱਕ ਆਮ ਆਦਮੀ ਪਾਰਟੀ ਚਾਹੁੰਦੀ ਹੈ, ਲੇਕਿਨ ਜਦੋਂ ਕਿਸੇ ਹੋਰ ਸਟੇਟ ਦੀ ਗੱਲ ਆਉਂਦੀ ਹੈ ਤਾਂ ਉਦੋਂ ਬੀਜੇਪੀ ਨੂੰ ਸਮਰਥਨ ਦੇ ਦਿੱਤਾ ਜਾਂਦਾ ਹੈ। ਉਧਰ ਆਮ ਆਦਮੀ ਪਾਰਟੀ ਦੇ ਵੱਲੋਂ ਪਲਟਵਾਰ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਆਗੂ ਮਲਵਿੰਦਰ ਕੰਗ ਨੇ ਬਾਜਵਾ ਦੇ ਟਵੀਟ ਤੇ ਤਿੱਖਾ ਪਲਟਵਾਰ ਕਰਦੇ ਹੋਏ ਕਿਹਾ ਕਿ ਇੱਕ ਹੀ ਘਰ 'ਚ ਬੀਜੇਪੀ ਅਤੇ ਕਾਂਗਰਸ ਦੇ ਝੰਡੇ ਲਹਿਰਾਉਣ ਵਾਲੇ ਪਰਿਵਾਰ ਨੂੰ ਕੇਜਰੀਵਾਲ ਤੇ ਬੀਜੇਪੀ ਦੀ ਬੀ ਟੀਮ ਦਾ ਲੇਬਲ ਲਾਉਣ ਤੋਂ ਪਹਿਲਾਂ 2 ਵਾਰ ਸੋਚਣਾ ਚਾਹੀਦਾ ਹੈ। ਇਹ ਅਰਵਿੰਦ ਕੇਜਰੀਵਾਲ ਹੀ ਸਨ ਜਿਨ੍ਹਾਂ ਨੇ ਐਲਜੀ ਕਿਰਨ ਬੇਦੀ ਦੇ ਗੈਰ ਸੰਵਿਧਾਨਕ ਰਵੱਈਏ ਖਿਲਾਫ
ਪੁਡੂਚੇਰੀ ਦੇ ਕਾਂਗਰਸੀ ਸੀਐਮ ਵੀ ਨਾਰਾਇਣ ਸਵਾਮੀ ਦਾ ਦਿਲੋਂ ਸਮਰਥਨ ਕੀਤਾ ਸੀ। ਇਨਾ ਹੀ ਨਹੀਂ, ਕੇਜਰੀਵਾਲ ਸਾਹਿਬ ਨੇ ਰਾਹੁਲ ਗਾਂਧੀ ਨੂੰ ਐਮਪੀ ਵਜੋਂ ਅਯੋਗ ਕਰਾਰ ਦਿੱਤੇ ਜਾਣ ਦਾ ਤਿੱਖਾ ਵਿਰੋਧ ਕੀਤਾ ਸੀ। ਹਾਲਾਂਕਿ ਕਾਂਗਰਸ ਵੱਲੋਂ ਕਾਲੇ ਆਰਡੀਨੈਂਸ ਦੀ ਅਸਿੱਧੇ ਢੰਗ ਨਾਲ ਕੀਤੀ ਹਮਾਇਤ ਤੋਂ ਇਹ ਸਾਬਤ ਹੋ ਗਿਆ ਹੈ ਕਿ ਕਾਂਗਰਸ ਅਸਲ ਵਿੱਚ ਬੀਜੇਪੀ ਦੀ ਹੀ ਰੈਪਲਿਕਾ ਹੈ ਤਾਂ ਇੱਕ ਦੂਸਰੇ ਤੇ ਵਾਰ ਪਲਟਵਾਰ ਕੀਤੇ ਜਾ ਰਹੇ ਨੇ। ਵਿਰੋਧੀ ਦਲਾਂ ਦੀ ਬੈਠਕ ਹੋਈ ਪਟਨਾ ਦੇ ਵਿੱਚ। ਉਸ ਬੈਠਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਸ਼ਾਮਲ ਤਾਂ ਹੋਏ, ਲੇਕਿਨ ਪ੍ਰੈਸ ਕਾਨਫਰੰਸ ਤੋਂ ਕਿਨਾਰਾ ਕਰ ਲਿਆ। ਪ੍ਰੈਸ ਕਾਨਫਰੰਸ ਦੇ ਵਿੱਚ ਸ਼ਾਮਲ ਨਹੀਂ ਹੋਏ ਤੇ ਇਹ ਵੀ ਕਿਹਾ ਕਿ ਅਗਲੀ ਮੀਟਿੰਗ ਦੇ ਵਿੱਚ ਅਸੀਂ ਸ਼ਾਮਲ ਨਹੀਂ ਹੋਵਾਂਗੇ ਜੇ ਕਾਂਗਰਸ ਆਰਡੀਨੈਂਸ ਤੇ ਸਾਡਾ ਸਮਰਥਨ ਨਹੀਂ ਕਰਦੀ। ਤਾਂ ਇਸੇ ਨੂੰ ਲੈ ਕੇ ਵਾਰ ਪਲਟਵਾਰ ਦਾ ਸਿਲਸਿਲਾ ਵੇਖਣ ਨੂੰ ਮਿਲ ਰਿਹਾ ਹੈ। ਤਾਂ ਇਹ ਬਿਆਨ ਆ ਰਹੇ ਨੇ ਇਸ ਪੂਰੇ ਮਸਲੇ ਨੂੰ ਲੈ ਕੇ। ਕਾਂਗਰਸ ਵਿਧਾਇਕ ਸੁਖਵਿੰਦਰ ਕੋਟਲੀ ਫੋਨ ਲਾਈਨ ਤੇ ਜੁੜ ਚੁੱਕੇ ਨੇ। ਸੁਖਵਿੰਦਰ ਕੋਟਲੀ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਆਮ ਆਦਮੀ ਪਾਰਟੀ ਦੇ ਵੱਲੋਂ ਆਮ ਆਦਮੀ ਪਾਰਟੀ ਵਿਰੋਧੀ ਦਲਾਂ ਦੀ ਬੈਠਕ ਦੇ ਵਿੱਚ ਤਾਂ ਸ਼ਾਮਲ ਹੋਈ, ਲੇਕਿਨ ਪ੍ਰੈਸ ਕਾਨਫਰੰਸ ਤੋਂ ਕਿਨਾਰਾ ਕਰ ਲਿਆ ਤੇ ਇਹ ਵੀ ਕਿਹਾ ਗਿਆ ਕਿ ਅਗਲੀ ਬੈਠਕ 'ਚ ਅਸੀਂ ਸ਼ਾਮਲ ਨਹੀਂ ਹੋਵਾਂਗੇ ਜੇ ਕਾਂਗਰਸ ਆਰਡੀਨੈਂਸ ਦੇ ਮਾਮਲੇ ਤੇ ਸਾਨੂੰ ਸਮਰਥਨ ਨਹੀਂ ਦਿੰਦੀ। ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਆਉਂਦਾ ਹੈ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ, ਚਿਹਰਾ ਨੰਗਾ ਹੋਇਆ ਹੈ ਜਾਂ ਵਿਰੋਧੀ ਦਲਾਂ ਦੀ ਜਿਹੜੀ ਏਕਤਾ ਹੈ ਉਸ ਨੂੰ ਤੋੜਨ ਮਰੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਪਲਟਵਾਰ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਰਾਹੁਲ ਗਾਂਧੀ ਨੂੰ ਜਦੋਂ ਅਯੋਗ ਕਰਾਰ ਦਿੱਤਾ ਗਿਆ ਉਸ ਵੇਲੇ ਵੀ ਸਮਰਥਨ ਕੀਤਾ ਗਿਆ, ਲੇਕਿਨ ਕਾਂਗਰਸ ਇਹ ਸਾਬਤ ਕਰ ਰਹੀ ਹੈ ਕਿ ਉਹ ਰੈਪਲਿਕਾ ਹੈ ਬੀਜੇਪੀ ਦੀ। ਪ੍ਰਤਾਪ ਸਿੰਘ ਬਾਜਵਾ ਦੇ ਤਾਂ ਘਰ ਕਾਂਗਰਸ ਦਾ ਤੇ ਬੀਜੇਪੀ ਦਾ ਝੰਡਾ ਇਕੱਠੇ ਲੱਗੇ ਹੋਏ ਨੇ। ਦੇਖੋ, ਇਹ ਗੱਲ ਜਿਹੜੀ ਕੱਲ ਮੀਟਿੰਗ ਦਿੱਲੀ ਦੇ ਵਿੱਚ ਆਪਣੇ ਪਟਨਾ ਦੇ ਵਿੱਚ ਹੋਈ ਹੈ, ਉਹਦੇ ਲਈ ਦੇਸ਼ ਦੀਆਂ ਵਿਰੋਧੀ ਪਾਰਟੀਆਂ ਨੇ ਇਸ ਗੱਲ ਦੀ ਇਕਜੁੱਟਤਾ ਨੂੰ ਜਿਹੜਾ ਦੁਹਰਾਇਆ ਹੈ ਔਰ ਇਹ ਸਾਬਤ ਕੀਤਾ ਹੈ ਕਿ ਬੀਜੇਪੀ ਦਾ ਪਿਛਲੇ ਸਮੇਂ ਦਾ ਜਿਹੜਾ ਰਾਜ ਕਾਰਜਕਾਲ ਹੈ ਉਹਦੇ ਅੰਦਰ ਦੇਸ਼ ਦੇ ਅੰਦਰ ਨਫ਼ਰਤ ਦੀ ਰਾਜਨੀਤੀ ਜਿਹੜੀ ਫੈਲਾਈ ਗਈ ਹੈ, ਉਹਦੇ ਮੁਕਾਬਲੇ ਦੇ ਅੰਦਰ ਸਾਨੂੰ ਪੂਰੇ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਵਾਸਤੇ ਇਕੱਠੇ ਹੋਣਾ ਚਾਹੀਦਾ ਹੈ। ਔਰ ਰਹੀ ਗੱਲ ਜਿਹੜੀ ਆਰਡੀਨੈਂਸ ਦੇ ਮਾਮਲੇ ਦੇ ਉੱਤੇ, ਮੈਂ ਕਹਿਣੀ ਚਾਹਨਾ ਹੈ ਕਿ ਅੱਜ ਆਮ ਆਦਮੀ ਪਾਰਟੀ ਬੜਾ ਰੌਲਾ ਪਾ ਕੇ ਸੰਘੀ ਢਾਂਚਾ, ਫੈਡਰਲ ਸਿਸਟਮ, ਰਾਜਾਂ ਦੇ ਵੱਧ ਅਧਿਕਾਰ ਦੀ ਜਿਹੜੀ ਗੱਲ ਕਰਕੇ ਕਹਿ ਰਹੇ ਨੇ ਕਿ ਆਰਡੀਨੈਂਸ ਮਾਮਲੇ ਦੇ ਉੱਤੇ ਅਗਰ ਕਾਂਗਰਸ ਪਾਰਟੀ ਸਾਡਾ ਸਾਥ ਨਹੀਂ ਦੇਗੀ ਤਾਂ ਅਸੀਂ ਇਸ ਜਿਹੜਾ ਵਿਰੋਧੀ ਇਕੱਠੇ ਹੋ ਰਹੇ ਨੇ ਉਹਦੇ ਅੰਦਰ ਸ਼ਾਮਲ ਨਹੀਂ ਹੋਵਾਂਗੇ। ਤਾਂ ਮੈਂ ਕੇਜਰੀਵਾਲ ਸਾਹਿਬ ਨੂੰ, ਭਗਵੰਤ ਮਾਨ ਜੀ ਨੂੰ ਜਾਂ ਪੰਜਾਬ ਦੇ ਬੁਲਾਰੇ ਸਾਹਿਬਾਨ ਨੂੰ ਪੁੱਛਣਾ ਚਾਹਨਾ ਕਿ ਜਦੋਂ ਜੰਮੂ ਕਸ਼ਮੀਰ ਨੂੰ ਤੋੜਿਆ ਗਿਆ ਉਸ ਵੇਲੇ ਫੈਡਰਲ ਸਿਸਟਮ ਜਾਂ ਸੰਘੀ ਢਾਂਚਾ ਜਿਹੜਾ ਜਾਂ ਰਾਜਾਂ ਦੇ ਵੱਧ ਅਧਿਕਾਰ ਦੀ ਗੱਲ ਵੇਲੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਅੰਦਰ ਵੋਟ ਪਾ ਕੇ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕੀਤਾ ਕਿ ਉਹ ਧਾਰਾ 370 ਤੋੜ ਕੇ ਜਿਹੜਾ ਹੈ ਉਹ ਰਾਜਾਂ ਨੂੰ ਜਿਹੜਾ ਖੇਰੂ ਕਰ ਦੇਵੇ। ਅੱਜ ਕਿਹੜੇ ਮੂੰਹ ਦੇ ਨਾਲ ਇਹ ਕਹਿ ਰਹੇ ਨੇ ਕਿ ਅਸੀਂ ਸੰਘੀ ਢਾਂਚੇ ਦੇ ਹਮਾਇਤ ਕਰਦੇ ਹਾਂ, ਅਸੀਂ ਫੈਡਰਲ ਸਿਸਟਮ ਦੀ ਹਮਾਇਤ ਕਰਦੇ ਹਾਂ, ਅਸੀਂ ਰਾਜਾਂ ਨੂੰ ਵੱਧ ਅਧਿਕਾਰ ਚਾਹੁੰਦੇ ਹਾਂ। ਤੇ ਜਿੱਥੋਂ ਤੱਕ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਇਹ ਗੱਲ ਬਿਲਕੁਲ ਸਾਫ਼ ਕਰ ਦਿੱਤੀ ਹੈ ਕਿ ਭਾਰਤੀ ਜਨਤਾ ਪਾਰਟੀ ਔਰ ਆਰਐਸਐਸ ਇੱਕ ਦੂਜੇ ਦੀ ਇਹ ਤੇ ਬੀ ਟੀਮ ਬਣ ਕੇ ਜਿਹੜਾ ਰੋਲ ਅਦਾ ਕਰ ਰਹੇ ਹੈ, ਇਹ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ਹਾਂ ਠੀਕ ਹੈ, ਕਿਉਂਕਿ ਜਿਹੜਾ ਇਹ ਅੱਜ ਕਹਿ ਰਹੇ ਨੇ ਕਿ ਸਾਨੂੰ ਹਮਾਇਤ ਦਿਓ ਸ਼ਰਤ ਦੇ ਆਧਾਰ ਤੇ, ਦੇਖੋ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਕਹਿਣਾ ਚਾਹਨਾ ਕਿ ਹਾਲੇ ਕੋਈ ਪਾਰਲੀਮੈਂਟ ਦਾ ਸੈਸ਼ਨ ਆਇਆ ਨਹੀਂ, ਹਾਲੇ ਕੋਈ ਆਰਡੀਨੈਂਸ ਆਇਆ ਨਹੀਂ ਤੇ ਉਹਦੇ ਅੰਦਰ ਕੋਈ VOTING ਦਾ ਡੇਟ, ਸਮਾਂ ਸੀਮਾ ਕੋਈ ਤੈਅ ਨਹੀਂ ਹੋ ਗਿਆ। ਅਸੀਂ ਚਾਹੁੰਦੇ ਹਾਂ ਕਿ ਇਹਦੇ ਉੱਤੇ ਹਾਲੇ ਲੰਬਾ ਸਮਾਂ ਜਿਹੜਾ ਉਹ ਵਿਚਾਰ ਕਰਨ ਦਾ ਸਮਾਂ ਹੈ, ਪਰ ਸ਼ਰਤਾਂ ਕਿਉਂ ਰੱਖੀਆਂ ਜਾ ਰਹੀਆਂ ਨੇ? ਤੇ ਕੇਜਰੀਵਾਲ ਸਾਹਿਬ ਦਾ ਕੀ ਪਤਾ ਕਿ ਕਿਹੜੀ ਵੇਲੇ ਇਹਨਾਂ ਨੇ ਮੁੱਕਰ ਜਾਣਾ, ਕਿ ਇਹਨਾਂ ਨੇ ਆਰਡੀਨੈਂਸ ਲੈ ਕੇ ਆਉਣਾ ਜਾਂ ਨਹੀਂ ਲੈ ਕੇ ਆਉਣਾ, ਕਿਉਂਕਿ ਤਾਂ ਝੱਟ ਮਾਫੀ ਮੰਗ ਲੈਂਦੇ ਨੇ ਜਦੋਂ ਇਹਨਾਂ ਦੇ ਖਿਲਾਫ ਕੋਈ ਕਾਨੂੰਨ ਇਹਨਾਂ ਨੂੰ ਸਜ਼ਾ ਦੇਣ ਦੀ ਗੱਲ ਕਰਦਾ ਹੈ ਜਾਂ ਕਾਨੂੰਨ ਦੇ ਕਟਹਿਰੇ ਦੇ ਅੰਦਰ ਖੜਾ ਕਰਨ ਦੀ ਗੱਲ ਕਰਦਾ। ਮੈਂ ਪੰਜਾਬ ਦੇ ਅੰਦਰ ਕਈ ਇਹਨਾਂ ਨੇ ਰਾਜਨੇਤਾਵਾਂ ਦੇ ਕੋਲੋਂ ਮਾਫੀ ਮੰਗ ਲਈ। ਸੋ ਹਾਲੇ ਤੱਕ ਜਿਹੜਾ ਹੈ ਇਹ ਗੱਲ ਸਪਸ਼ਟ ਨਹੀਂ ਹੈ ਕਿ ਆਰਡੀਨੈਂਸ ਲੈ ਕੇ ਆਉਣਗੇ ਜਾਂ ਨਹੀਂ। ਦੂਸਰਾ, ਜੇ ਅਜਿਹਾ ਹੋ ਰਿਹਾ ਤਾਂ ਕੀ ਸਾਡੇ ਕੋਲ ਉੱਚ ਅਦਾਲਤਾਂ ਨਹੀਂ ਹੈ? ਉੱਚ ਅਦਾਲਤਾਂ ਦਾ ਰੁਖ ਕਰਨਾ ਚਾਹੀਦਾ ਹੈ ਸਾਨੂੰ। ਉਸ ਤੋਂ ਪਹਿਲਾਂ ਅਦਾਲਤ ਚਾਹੀਦਾ ਕਿ ਇਹ ਰਲੇ ਹੋਏ ਨਹੀਂ ਹੈ, ਇਹਨਾਂ ਨੂੰ ਅਦਾਲਤ ਦੇ ਵਿੱਚ ਜਾ ਕੇ ਆਪਣਾ ਪੱਖ ਰੱਖਣਾ ਚਾਹੀਦਾ ਹੈ। ਜਦੋਂ ਆਰਡੀਨੈਂਸ ਦੀ ਗੱਲ ਆਏਗੀ ਅਸੀਂ ਉਹਨੂੰ ਵਿਚਾਰਾਂਗੇ। ਹਾਲੇ ਤੱਕ ਤਾਂ ਕੋਈ ਮਾਮਲਾ ਕਿ ਆਰਡੀਨੈਂਸ ਲੈ ਕੇ ਆ ਰਹੇ ਨੇ, ਨਹੀਂ ਆ ਰਹੇ, ਕੋਈ ਬਿੱਲ ਦੇ ਉੱਤੇ ਬਹਿਸ ਹੋ ਰਹੀ, VOTING ਹੋ ਰਹੀ, ਨਹੀਂ ਹੋ ਰਹੀ,
ਇਹ ਦੋਹਰਾ ਮਾਪਦੰਡ ਜਿਹੜਾ ਅਪਣਾਇਆ ਜਾ ਰਿਹਾ ਔਰ ਦੂਸਰੇ ਪਾਸੇ ਲੇਕਿਨ ਕੋਟਲੀ ਜੀ ਵੱਖ-ਵੱਖ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਕੋਲ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਜਾਂ ਦਿੱਲੀ ਦੇ ਹੋਰ ਆਗੂ ਗਏ ਨੇ, ਉਹਨਾਂ ਦੇ ਨਾਲ ਮੁਲਾਕਾਤਾਂ ਹੋਈਆਂ ਨੇ, ਉਹਨਾਂ ਨੇ ਸਮਰਥਨ ਵੀ ਦਿੱਤਾ ਹੈ। ਕਾਂਗਰਸ ਤੋਂ ਵੀ ਸਮਾਂ ਮੰਗਿਆ ਸੀ ਤਾਂ ਅਜੇ ਤੱਕ ਸਮਾਂ ਨਹੀਂ ਦਿੱਤਾ ਗਿਆ ਕਿ ਅਜੇ ਤੱਕ ਵਿਚਾਰ ਚੱਲ ਰਿਹਾ ਹੈ ਜਾਂ ਸਮਰਥਨ ਨਹੀਂ ਦੇਣਾ, ਕਿਉਂਕਿ ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਵਾਰ-ਵਾਰ ਕਾਂਗਰਸ ਤੇ ਫਿਰ ਨਿਸ਼ਾਨੇ ਸਾਧਦੀ ਹੈ। ਦੇਖੋ ਇਹਦੇ ਅੰਦਰ ਮੈਂ ਤਾਂ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਕਿ ਹਾਲੇ ਤੱਕ ਤਾਂ ਕੋਈ ਆਰਡੀਨੈਂਸ ਦੇ ਖਿਲਾਫ ਜਿਹੜਾ ਆ ਉਹ ਕੋਈ ਆਇਆ ਹੀ ਨਹੀਂ। ਹਾਲੇ ਤੱਕ ਕੋਈ ਪਾਰਲੀਮੈਂਟ ਸੈਸ਼ਨ ਨਹੀਂ ਚੱਲ ਰਿਹਾ। ਇਹਨੂੰ ਸਮਾਂ ਸੀਮਾ ਦੇ ਅੰਦਰ ਕਿਸੇ ਨਾ ਕਿਸੇ ਪਾਸੇ ਤੋਂ ਵਿਚਾਰਿਆ ਜਾ ਸਕਦਾ। ਜੇ ਰਾਜਨੇਤਾ ਦੇਸ਼ ਦੇ ਨੈਸ਼ਨਲ ਲੀਡਰ ਜਿਹੜੇ ਆ ਉਹ ਇੱਕ ਮੰਚ ਤੇ ਇਕੱਠੇ ਹੋ ਰਹੇ ਨੇ ਤਾਂ ਅਜਿਹੀ ਸ਼ਰਤ ਕਿਉਂ ਰੱਖੀ ਜਾ ਰਹੀ ਹੈ? ਇਸ ਮਾਮਲੇ ਦੇ ਕਾਰਨ ਕਰਕੇ ਜਿਹੜਾ ਤੁਸੀਂ ਜੰਮੂ ਕਸ਼ਮੀਰ ਨੂੰ ਤੋੜਨ ਦੇ ਲਈ ਸੰਘੀ ਢਾਂਚਿਆਂ ਦਾ ਗਲਾ ਘੁੱਟ ਦਿੱਤਾ, ਉੱਥੇ ਦੇ ਲੋਕਾਂ ਨੂੰ ਨਖੇੜ ਦਿੱਤਾ, ਵੱਖਰੇ ਵੱਖਰੇ ਰਾਜ ਸਟੇਟਾਂ ਤੇ ਜਿਹੜੇ ਯੂਨੀਅਨ ਟੈਰੀਟਰੀ ਬਣ ਗਏ, ਉਸ ਵੇਲੇ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕਰਦੇ ਹੋ। ਅੱਜ ਤੁਸੀਂ ਕਿਹੜੇ ਮੂੰਹ ਦੇ ਨਾਲ ਕਹਿ ਰਹੇ ਹੋ? ਪੰਜਾਬ ਦੇ ਅੰਦਰ ਤੁਸੀਂ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਕੇ ਪੰਜਾਬ ਦੇ ਹਰ ਲੀਡਰ ਨੂੰ ਤੁਸੀਂ ਮੁਕੱਦਮਿਆਂ ਦੇ ਉਲਝਾ ਕੇ ਜੇਲ੍ਹ ਵਿੱਚ ਸੁੱਟਣਾ ਚਾਹੁੰਦੇ ਹੋ। ਆਪਣੇ ਆਪ ਨੂੰ ਤੁਸੀਂ ਦੁੱਧ ਧੋਤਾ ਕਰਾਰ ਦਿੰਦੇ ਹੋ। ਜਦੋਂ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਅੰਦਰ ਜਾਂਦੇ ਨੇ ਉਸ ਵੇਲੇ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਸਾਡੇ ਨਾਲ ਧੱਕਾ ਕਰ ਰਹੀ ਹੈ। ਲੇਕਿਨ ਇਹਨਾਂ ਸਾਰੇ ਮਸਲਿਆਂ ਤੇ ਤਾਂ ਹੋਰ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਨਾਲ ਵੀ ਹੋ ਸਕਦਾ ਹੈ ਵਿਰੋਧ ਹੋਵੇ, ਲੇਕਿਨ ਇੱਕ ਪਲੇਟਫਾਰਮ ਤੇ ਇਕੱਠੇ ਹੋ ਰਹੇ ਨੇ। ਕੋਟਲੀ ਜੀ ਜੁੜੇ ਰਹਿਣਾ। ਜਗਤਾਰ ਸਿੰਘ ਸੰਘੇੜਾ ਜੁੜ ਗਏ ਨੇ, ਆਮ ਆਦਮੀ ਪਾਰਟੀ ਦੇ ਆਗੂ। ਜਗਤਾਰ ਸਿੰਘ ਸੰਘੇੜਾ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਕਾਂਗਰਸ ਦੇ ਆਗੂ ਸਾਡੇ ਨਾਲ ਜੁੜੇ ਹੋਏ ਨੇ। ਵਿਰੋਧੀ ਦਲਾਂ ਦੀ ਬੈਠਕ ਹੁੰਦੀ ਹੈ, ਅਰਵਿੰਦ ਕੇਜਰੀਵਾਲ ਸ਼ਾਮਲ ਹੁੰਦੇ ਨੇ ਲੇਕਿਨ ਪ੍ਰੈਸ ਕਾਨਫਰੰਸ 'ਚ ਸ਼ਾਮਲ ਨਹੀਂ ਹੁੰਦੇ। ਉਸ ਤੋਂ ਬਾਅਦ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਅਗਲੀ ਮੀਟਿੰਗ 'ਚ ਅਸੀਂ ਸ਼ਾਮਲ ਨਹੀਂ ਹੋਵਾਂਗੇ ਜੇ ਕਾਂਗਰਸ ਆਰਡੀਨੈਂਸ ਦੇ ਮਾਮਲੇ ਤੇ ਸਾਡਾ ਸਮਰਥਨ ਨਹੀਂ ਕਰਦੀ। ਇਹ ਕੰਡੀਸ਼ਨਸ ਕਿਉਂ ਰੱਖੀਆਂ ਜਾ ਰਹੀਆਂ ਨੇ ਇਸ ਮੀਟਿੰਗ ਦੇ ਲਈ? ਉਸ ਦੇ ਵਿੱਚ ਤਾਂ ਕਾਂਗਰਸ ਤੋਂ ਇਲਾਵਾ ਬਹੁਤ ਸਾਰੇ ਦਲ ਸ਼ਾਮਲ ਨੇ। ਇਹ ਜਿਹੜਾ ਵੀ ਪ੍ਰੋਸੈਸ ਚੱਲ ਰਿਹਾ ਆ ਇਹਦੇ ਵਿੱਚ ਸਾਰੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਆ ਉਹ ਮਰਜ਼ ਨਹੀਂ ਹੋ ਰਹੀਆਂ, ਇੱਕ ਪਾਰਟੀ ਨਹੀਂ ਬਣਾ ਰਹੀਆਂ, ਉਹ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਤੇ ਇੱਕ ਗੱਠਜੋੜ ਕੀਤਾ ਜਾ ਰਿਹਾ ਆ। ਕਿਉਂਕਿ ਜਿਹੜੀ ਸਭ ਤੋਂ ਵੱਧ ਖਤਰਨਾਕ ਪਾਰਟੀ ਹੈ, ਸਭ ਤੋਂ ਵੱਧ ਜਿਹੜੀ ਆ ਦੇਸ਼ ਨੂੰ ਨੁਕਸਾਨ ਕਰ ਰਹੀ ਹੈ ਪਾਰਟੀ, ਉਹਨੂੰ ਆਉਣ ਵਾਲੀਆਂ ਚੋਣਾਂ 'ਚ ਹਾਰ ਦਿੱਤੀ ਜਾਵੇ ਜਾਂ ਉਹਦਾ ਵਿਰੋਧ ਕੀਤਾ ਜਾਵੇ ਉਹਨਾਂ ਗੱਲਾਂ ਦਾ ਜਿਹਦੇ ਨਾਲ ਉਹਨਾਂ ਦੀਆਂ ਜਿਹੜੀਆਂ ਦੇਸ਼ ਦੇ ਜਿਹੜੀ ਆਰਥਿਕ ਤੌਰ ਤੇ ਸੱਟ ਵੱਜ ਰਹੀ ਹੈ ਜਾਂ ਹੋਰ ਕਾਰਵਾਈਆਂ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ ਮਜ਼ਬੂਤੀ ਦੇ ਨਾਲ। ਤੇ ਉਹਦੇ ਵਿੱਚ ਜਿਹੜੀਆਂ ਸ਼ਰਤਾਂ ਤਾਂ ਹੁੰਦੀਆਂ ਹੀ ਆ, ਸਾਰੀਆਂ ਪਾਰਟੀਆਂ ਦੀਆਂ ਹੀ ਹੁੰਦੀਆਂ ਆ। ਹੁਣ ਕੋਈ ਇਹ ਥੋੜੀ ਆ ਕਿ ਕੋਈ ਸਿੱਧੇ ਤਰੀਕੇ ਨਾਲ ਬੀਜੇਪੀ ਦੀ ਮਦਦ ਕਰੀ ਜਾਣ, ਉਹ ਇਸ ਗੁੱਟ 'ਚ ਵੀ, ਇਸ ਗਰੁੱਪ 'ਚ ਵੀ, ਇਸ ਗੱਠਜੋੜ ਵਿੱਚ ਵੀ ਸ਼ਾਮਲ ਹੋ ਜਾਣ। ਇਸ ਗੱਠਜੋੜ ਦੀ ਕੋਈ ਏਮਸ ਐਂਡ ਆਬਜੈਕਟਿਵ ਨੇ। ਸੋ ਉਸ ਕਰਕੇ ਕੌਣ ਕਰ ਰਿਹਾ ਬੀਜੇਪੀ ਦੀ ਮਦਦ? ਕਾਂਗਰਸ ਕਰ ਰਹੀ ਹੈ ਸਿੱਧੇ ਤੌਰ ਤੇ। ਦੇਖੋ ਆਰਡੀਨੈਂਸ ਦੀ ਗੱਲ ਮੈਂ ਸਪਸ਼ਟ ਤੌਰ ਤੇ ਤੁਹਾਨੂੰ ਦੱਸਾਂ, ਜਿਹੜੀ ਆਰਡੀਨੈਂਸ ਹੈ ਉਹ ਕਲੀਅਰ ਕੱਟ ਸੰਘੀ ਢਾਂਚੇ ਤੇ ਹਮਲਾ ਤਾਂ ਹੈ ਹੀ ਹੈ। ਜਿਹੜਾ ਆ ਲੋਕ ਰਾਜ ਦਾ ਵੀ ਗਲਾ ਘੁੱਟਣ ਵਾਲੀ ਕਾਰਵਾਈ ਹੈ। ਸਾਹਿਬ ਇੱਕ ਗੱਲ ਦਾ ਜਵਾਬ ਸਟੇਟ ਹੈ, ਇਹ ਛੋਟੀ ਜਿਹੀ ਸਟੇਟ ਹੈ, ਉਹਦੇ ਵਿੱਚ ਤੁਸੀਂ ਜਿਹੜੀ ਜਮਹੂਰੀਅਤ ਆ ਉਹਦਾ ਬਿਲਕੁਲ ਹੀ ਮਤਲਬ ਜਿਹੜਾ ਜਗਤਾਰ ਸੰਘੇੜਾ ਜੀ, ਸੁਖਵਿੰਦਰ ਕੋਟਲੀ ਵੀ ਜੁੜੇ ਹੋਏ ਨੇ ਫੋਨ ਲਾਈਨ ਤੇ। ਉਹਨਾਂ ਦੇ ਵੱਲੋਂ ਇਹ ਸਵਾਲ ਕੀਤਾ ਗਿਆ, ਇਹੀ ਮੁੱਦਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਚੁੱਕਿਆ ਕਿ ਜਦੋਂ ਸੰਘੀ ਢਾਂਚੇ ਦਾ ਮਸਲਾ ਜੰਮੂ ਕਸ਼ਮੀਰ ਵੇਲੇ ਉੱਠਿਆ ਸੀ ਉਦੋਂ ਆਮ ਆਦਮੀ ਪਾਰਟੀ ਬੀਜੇਪੀ ਦੇ ਸਮਰਥਨ ਤੇ ਚਲੀ ਗਈ ਸੀ, ਹੁਣ ਆਪਣੇ ਵਾਰੀ ਸੰਘੀ ਢਾਂਚੇ ਦਾ ਮੁੱਦਾ ਚੁੱਕਿਆ ਜਾ ਰਿਹਾ। ਮੈਂ ਉੱਥੇ ਵੀ ਆਉਂਦਾ ਹਾਂ, ਸਾਡੀ ਪਾਰਟੀ ਸਭ ਤੋਂ ਛੋਟੀ ਪਾਰਟੀ ਆ। ਇਹ ਇਕੱਲਾ ਸੰਘੀ ਢਾਂਚੇ ਦੀ ਗੱਲ ਨਹੀਂ ਹੈਗੀ, ਇਹ ਸੰਵਿਧਾਨ ਦੀ ਵੀ ਗੱਲ ਹੈ, ਇਹ ਸੁਪਰੀਮ ਕੋਰਟ ਦੀ ਵੀ ਗੱਲ ਹੈ, ਇਹ ਨਿਆਂ ਪ੍ਰਣਾਲੀ ਦੀ ਵੀ ਗੱਲ ਹੈ। ਬੀਜੇਪੀ ਨੇ ਕੀ ਕੀਤਾ ਆ ਕਿ ਸੁਪਰੀਮ ਕੋਰਟ ਵੱਲੋਂ ਫੈਸਲਾ ਹੋਇਆ ਕਿ ਚੁਣੇ ਹੋਏ ਮੁੱਖ ਮੰਤਰੀ ਜਿਹੜੇ ਆ ਉਹਨਾਂ ਦਾ ਆਹ ਦਾਇਰਾ ਹੋਣਾ ਹੀ ਹੋਣਾ ਹੈ। ਚੁਣੇ ਹੋਏ ਮੁੱਖ ਮੰਤਰੀ ਨਹੀਂ ਤਾਂ ਇਲੈਕਸ਼ਨ ਆਪਾਂ ਕਰਵਾਈ ਕਰ ਰਹੇ ਹਾਂ, ਇੱਕ ਸਟੇਟ ਮੁਖੀ ਚੁਣੀ ਕਿਉਂ ਰਹੇ ਆ। ਔਰ 7 ਦਿਨ ਲੰਘੇ, 8ਵੇਂ ਦਿਨ ਇਹ ਆਰਡੀਨੈਂਸ ਲੈ ਕੇ ਆ ਗਏ। ਸੁਪਰੀਮ ਕੋਰਟ ਦੇ ਫੈਸਲੇ ਦਾ ਗਲਾ ਘੁੱਟਣ ਲਈ, ਉਸ ਫੈਸਲੇ ਨੂੰ ਨਿਊਟਰਲਾਈਜ਼ ਕਰਨ ਲਈ ਇਹ ਸੁਪਰੀਮ ਕੋਰਟ ਦੀ ਵੀ ਤੋਹੀਨ ਹੈ। ਇਹ ਕੋਈ ਛੋਟੀ ਮੋਟੀ ਇਕੱਲੀ ਕਹਿਰੀ ਕਾਰਵਾਈ ਨਹੀਂ ਹੈ, ਬਹੁਤ ਵੱਡੀ ਕਾਰਵਾਈ ਹੈ ਜਿਹਨੂੰ ਡਿਸਪਿਊਟ ਕਰ ਰਹੀ ਹੈ ਕਾਂਗਰਸ ਪਾਰਟੀ ਇਸ ਗੱਲ ਨੂੰ। ਜਿੱਥੇ ਇਹ ਕੰਡੀਸ਼ਨ ਦੀ ਗੱਲ ਆਉਂਦੀ ਹੈ ਜੀ ਸੰਘੇੜਾ ਜੀ, ਜਿੱਥੇ ਇਹ ਕੰਡੀਸ਼ਨ ਦੀ ਗੱਲ ਆਉਂਦੀ ਹੈ ਕਿ ਅਸੀਂ ਨਹੀਂ ਜਾਵਾਂਗੇ ਮੀਟਿੰਗ ਦੇ ਵਿੱਚ, ਸੁਖਵਿੰਦਰ ਕੋਟਲੀ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਕੰਡੀਸ਼ਨ ਕਿਉਂ ਰੱਖੀ ਜਾ ਰਹੀ ਹੈ? ਅਜੇ ਤਾਂ ਕੋਈ ਸੈਸ਼ਨ ਨਹੀਂ ਅਨਾਉਂਸ ਹੋਇਆ ਕਿ ਜਿੱਥੇ ਇਸ ਤੇ VOTING ਹੋਣੀ ਹੋਏ, ਅਜੇ ਤਾਂ ਵਿਚਾਰ ਕੀਤਾ ਜਾ ਸਕਦਾ ਇਸ ਦੇ ਉੱਤੇ। ਐਨੀ ਕੀ ਕਾਲੀ ਮੀਟਿੰਗ ਜਿਹੜੀ ਆ ਉਹਦਾ ਏਜੰਡਾ ਗੱਠਜੋੜ ਨੂੰ ਦੀਆਂ ਕਾਰਵਾਈਆਂ ਨੂੰ ਸਿਰੇ ਚੜ੍ਹਨ ਦਾ ਤਾਂ ਹੈਗਾ ਆ ਨਾ। ਇਹ ਹੁਣੇ ਹੀ ਤੈਅ ਹੋਣਾ ਅਸੀਂ ਕਿਹੜੀਆਂ ਲਾਈਨ ਤੇ ਚੱਲਣਾ, ਕਿਹੜੀ ਗੱਲ ਤੇ ਸਾਡੀ ਕੀ ਸਮਝ ਹੈ, ਕੀ ਸੋਚ ਆ। ਕਾਮਨ ਮਿਨੀਮਮ ਸੋਚ ਬਣੇਗੀ, ਕਾਮਨ ਮਿਨੀਮਮ ਏਜੰਡਾ ਬਣੇਗਾ, ਉਹਦੇ ਵਿੱਚ ਤਾਂ ਹੋਣੀ ਹੈ। ਤੇ ਕਾਂਗਰਸ ਜਿਹੜੀ ਆ ਇਹ ਦੋਨੀ ਪਾਸੇ ਚੱਲ ਰਹੀ ਆ, ਵਿੱਚੇ ਬੀਜੇਪੀ ਦੀ
ਬੀ ਟੀਮ ਦੇ ਤੌਰ ਤੇ ਕੰਮ ਕਰ ਰਹੀ ਹੈ, ਵਿੱਚੇ ਬੀ ਉਹਦੀ ਸੰਘੇੜਾ ਸਾਹਿਬ, ਦੇਖੋ ਨਾ ਜੀ, ਪੰਜਾਬ ਦੇ ਹਾਲਾਤ ਕੋਟਲੀ ਜੀ, ਜਿਹੜੇ ਜੀ, ਕੋਟਲੀ ਜੀ। ਦੇ ਲੀਡਰ ਨੇ ਬਾਜਵਾ ਸਾਹਿਬ, ਉਹਨਾਂ ਦੀ ਦੇਖੋ, ਕੋਠੀ ਤੇ 2 ਝੰਡੇ ਲੱਗੇ ਹੋਏ ਆ। ਜੀ ਦੇਖੋ ਮਾਨ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਕਈ ਵਾਰੀ ਉਸ ਗੱਲ ਦਾ ਜੀ ਜ਼ਿਕਰ ਚਲੋ ਜਵਾਬ ਦਿੱਤਾ। ਕੋਟਲੀ ਜੀ ਜੁੜੇ ਹੋਏ ਨੇ ਸਾਡੇ ਨਾਲ ਜੀ। ਕੋਟਲੀ ਜੀ, ਸੰਘੇੜਾ ਸਾਹਿਬ, ਇੱਕ ਗੱਲ ਦਾ ਜਵਾਬ ਦੇ ਕੇ ਜਾਵੋ। ਅੱਜ ਤੁਸੀਂ ਕਹਿ ਰਹੇ ਹੋ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਰਲੇ ਹੋਏ ਨੇ, ਸੰਘੀ ਢਾਂਚੇ ਤੇ ਰਾਜਾਂ ਦੇ ਵੱਧ ਅਧਿਕਾਰਾਂ ਦੀਆਂ ਗੱਲਾਂ ਦੇ ਮਾਮਲੇ ਦੇ ਅੰਦਰ ਤੁਸੀਂ ਹਾਲੇ ਤੱਕ ਗੱਲ ਦਾ ਸਪਸ਼ਟ ਜਵਾਬ ਨਹੀਂ ਦਿੱਤਾ ਕਿ ਜਦੋਂ ਜੰਮੂ ਕਸ਼ਮੀਰ ਨੂੰ ਤੋੜਿਆ ਗਿਆ, ਧਾਰਾ 370 ਤੋੜੀ ਗਈ, ਉਸ ਵੇਲੇ ਰਾਜਾਂ ਦੇ ਵੱਧ ਅਧਿਕਾਰ ਫੈਡਰਲ ਸਿਸਟਮ ਦੀ ਗੱਲ ਦੇ ਉੱਤੇ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਕਿਉਂ ਕੀਤਾ? ਤੁਸੀਂ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਨਹੀਂ ਸਾਬਤ ਹੋਏ ਉੱਤੇ। ਤੁਸੀਂ ਅੱਜ ਸਾਨੂੰ ਕਿਹੜੇ ਮੂੰਹ ਦੇ ਨਾਲ ਕਹਿ ਰਹੇ ਹੋ? ਇੱਕ ਪਾਸੇ ਪੰਜਾਬ ਦੇ ਅੰਦਰ ਤੁਸੀਂ ਸਾਡੇ ਨੇਤਾਵਾਂ ਦੇ ਉੱਤੇ ਝੂਠੇ ਮੁਕੱਦਮੇ ਬਣਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਟੱਕਣ ਦੀਆਂ ਗੱਲਾਂ ਕਰ ਰਹੇ ਹੋ, ਉਹਨਾਂ ਨੂੰ ਜੇਲ੍ਹਾਂ ਵਿੱਚ ਭੇਜ ਰਹੇ ਹੋ। ਦੂਸਰੇ ਪਾਸੇ ਤੁਸੀਂ ਸਾਡੇ ਕੋਲੋਂ ਹਮਾਇਤ ਮੰਗਦੇ ਹੋ। ਪਹਿਲਾਂ ਆਪਣਾ ਦਾਮਨ ਸਾਫ਼ ਕਰੋ ਕਿ ਤੁਸੀਂ ਪੰਜਾਬ ਦੇ ਅੰਦਰ ਜਿਹੜੀ ਤੁਸੀਂ ਕਾਰਵਾਈ ਕਰ ਰਹੇ ਹੋ ਕੀ ਉਹ ਜਾਇਜ਼ ਹੈ? ਅਗਰ ਤੁਹਾਡੇ ਸੁਖਿੰਦਰ ਜੈਨ ਦੇ ਖਿਲਾਫ, ਅਗਰ ਮਨੀਸ਼ ਸਿਸੋਦੀਆ ਦੇ ਖਿਲਾਫ ਕਾਰਵਾਈ ਹੁੰਦੀ ਹੈ ਤਾਂ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਕਹਿੰਦੇ ਸਾਡੇ ਨਾਲ ਧੱਕਾ ਕਰ ਰਹੇ। ਕੀ ਤੁਸੀਂ ਪੰਜਾਬ ਦੇ ਅੰਦਰ ਸਾਡੇ ਨਾਲ ਧੱਕਾ ਨਹੀਂ ਕਰ ਰਹੇ? ਔਰ ਦੂਸਰਾ, ਪੰਜਾਬ ਦੇ ਅੰਦਰ ਤੁਸੀਂ ਇਹ ਸਾਬਤ ਕਰਨਾ ਚਾਹੁੰਦੇ ਹੋ ਕਿ ਅਸੀਂ ਦੁੱਧ ਧੋਤੀ ਸਰਕਾਰ ਹੈ। 4-5 ਐਮਐਲਏ, 3-4 ਮਿਨਿਸਟਰ ਤੁਹਾਡੇ ਤੁਸੀਂ ਫੜ ਕੇ ਉਹਨਾਂ ਨੂੰ ਅੰਦਰ ਦਿੱਤਾ, ਤਾਂ ਕੀ ਤੁਸੀਂ ਸੋਚ ਰਹੇ ਹੋ? ਲੰਬਾ ਹੋ ਗਿਆ ਜੀ, ਜਵਾਬ ਲੈ ਲਓ ਜੀ। ਕੋਟਲੀ ਸਾਹਿਬ ਦਾ ਲੈਕਚਰ ਬਹੁਤ ਲੰਬਾ ਹੋ ਗਿਆ। ਜੀ ਜੰਮੂ ਕਸ਼ਮੀਰ ਦਾ ਜਵਾਬ ਦੇ ਕੇ ਜਾਓ, ਜੰਮੂ ਕਸ਼ਮੀਰ ਦਾ। ਜੀ ਸੰਘੇੜਾ ਜੀ, ਸੰਘੀ ਢਾਂਚੇ ਦਾ ਉਹੀ ਸਵਾਲ ਕੋਟਲੀ ਜੀ ਨੇ ਮੈਂ ਫਿਰ ਤੋਂ ਉਹੀ ਕਹਿ ਰਿਹਾ ਦੁਹਰਾਇਆ ਨਾ, ਜੀ। ਜਿਹੜੀ ਇਹ ਰਿਸ਼ਵਤ ਦੀ ਗੱਲ ਕਰਦੇ ਆ ਜਾਂ ਮੁਕੱਦਮਿਆਂ ਦੀ ਗੱਲ ਕਰਦੇ, ਕਾਂਗਰਸੀ ਆਗੂਆਂ ਦੇ ਘਰੋਂ ਇਹ ਨੋਟ ਗਿਣਨ ਵਾਲੀਆਂ ਮਸ਼ੀਨਾਂ ਮਿਲੀਆਂ, ਕਰੋੜਾਂ ਰੁਪਏ ਦੀ ਬਰਾਮਦਗੀ ਹੋਈ ਆ। ਇਹ ਉਸ ਤੇ ਸੁਖਿੰਦਰ ਜੈਨ ਦੇ ਕੀ ਮਿਲਿਆ? ਮਨੀਸ਼ ਸਿਸੋਦੀਆ ਦੇ ਕੋਲੋਂ ਕੀ ਮਿਲਿਆ? ਮੈਂ ਆ ਰਿਹਾ ਉੱਥੇ ਵੀ ਆ ਰਿਹਾ, ਉੱਥੇ ਵੀ ਆ ਰਹੇ ਜੀ। 1 ਰੁਪਈਆ ਨਹੀਂ ਮਿਲਿਆ ਉਹਨਾਂ ਦੇ ਘਰੋਂ, ਉਹਨਾਂ ਦੇ ਪਿੰਡ ਵੀ ਜਾ ਕੇ ਖੁੱਲਣ ਲੱਗ ਗਿਆ, ਉਹਨਾਂ ਦੇ ਲੋਕਰ ਖੁੱਲੇ, 1 ਰੁਪਈਆ ਵੀ ਨਹੀਂ ਮਿਲਿਆ। ਮਸ਼ੀਨਾਂ ਮਿਲੀਆਂ ਨੋਟ ਗਿਣਨ ਵਾਲੀਆਂ, ਕਰੋੜਾਂ ਰੁਪਏ ਦੇ ਇਲਜ਼ਾਮ ਨੇ ਇਹਨਾਂ ਤੇ, ਉਹੀ ਫੜ ਕੇ ਅੰਦਰ ਕੀਤੇ ਆ। ਅਦਾਲਤਾਂ ਨੇ ਉਹਨਾਂ ਦੇ ਵਿਰੁੱਧ ਮਤਲਬ ਹੁਣ ਤੱਕ ਦੀ ਜੋ ਕਾਰਵਾਈ ਹੈ ਕਾਂਗਰਸ ਵਾਰ ਇਹੀ ਮੁੱਦਾ ਚੁੱਕ ਰਹੀ ਹੈ ਜੋ ਪ੍ਰਤਾਪ ਸਿੰਘ ਬਾਜਵਾ ਨੇ ਵੀ ਚੁੱਕਿਆ ਕਿ ਜੰਮੂ ਕਸ਼ਮੀਰ ਵੇਲੇ ਸਮਰਥਨ ਕਿਉਂ ਦਿੱਤਾ ਗਿਆ ਬੀਜੇਪੀ ਨੂੰ। ਨਾਲੇ ਕੋਟਲੀ ਸਾਹਿਬ ਨੂੰ ਤਾਂ ਇਹ ਪਤਾ ਹੋਣਾ ਚਾਹੀਦਾ ਕਿ ਬਹੁਤੇ ਆਗੂ ਤਾਂ ਇਹਨਾਂ ਦੇ ਉਹ ਰਿਸ਼ਵਤਖੋਰੀ ਦੇ ਵਿੱਚ ਜਦੋਂ ਕਾਰਵਾਈ ਹੋ ਰਹੀ ਸੀ ਇਹਨਾਂ ਨੂੰ ਛੱਡ ਕੇ ਬੀਜੇਪੀ 'ਚ ਜਾ ਵੜੇ ਆ। ਇਹ ਬੀਜੇਪੀ ਦੀ ਫੇ ਹਮਾਇਤ ਕਰੀ ਜਾ ਰਿਹਾ। ਧਾਰਾ 370 ਦੀ ਜਿਹੜੀ ਕਾਰਵਾਈ ਆ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਨੇ, ਮੋਦੀ ਸਾਹਿਬ ਨੇ ਉਹ ਕਾਰਵਾਈ ਕੀਤੀ ਆ, ਲਪੇਟੀ ਸਾਨੂੰ ਵਿੱਚ ਜਾਂਦੇ ਆ। ਤੁਸੀਂ ਵੋਟ ਕਿਉਂ ਪਾਇਆ ਉਹਨਾਂ ਦੀ ਫੇਵਰ ਦੇ ਅੰਦਰ? ਵੋਟ ਕਿਉਂ ਪਾਇਆ? ਮੈਂ ਉਹੀ ਕਹਿਣਾ ਨਾ ਵੀ ਸਾਡੀ ਤਾਂ ਸਭ ਤੋਂ ਛੋਟੀ ਪਾਰਟੀ ਹੈ, ਸਾਡਾ ਉਹਦੇ ਵਿੱਚ ਕੀ ਰੋਲ ਹੈ? ਤੁਸੀਂ ਤੁਹਾਡਾ ਵੋਟ ਪਾਇਆ ਸੰਘੇੜਾ ਸਾਹਿਬ, ਇਦਾਂ ਤੋਂ ਭੱਜੋ ਨਾ। ਤੁਸੀਂ ਵੋਟ ਪਾਇਆ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਅੰਦਰ। ਰਿਸ਼ਵਤ ਦੇ ਵਿੱਚ ਲਿਬੜੇ ਹੋਏ, ਮੈਂ ਇਹ ਨਹੀਂ ਕਹਿੰਦਾ ਇਕੱਲੀ ਕਹਿ ਰਹੀ ਰਿਸ਼ਵਤ ਦੀ ਘਟਨਾ ਨਹੀਂ ਹੈ। ਰਿਸ਼ਵਤ ਤੋਂ ਤੁਸੀਂ ਜਵਾਬ ਦੇਣਾ ਉਹ ਸੰਘੇੜਾ ਜੀ, ਜੇ ਇੰਨਾ ਵਿਰੋਧ ਹੈ ਕੋਟਲੀ ਜੀ, ਤਾਂ ਆਪਸ ਦੇ ਵਿੱਚ ਇਕੱਠੇ ਕਿਉਂ ਹੋਇਆ ਜਾ ਰਿਹਾ ਫਿਰ ਇੱਕ ਮੰਚ ਦੇ ਉੱਤੇ? ਕਾਮਨ ਮਿਨੀਮਮ ਪ੍ਰੋਗਰਾਮ ਦੀ ਇਹੀ ਕਾਮਨ ਮਿਨੀਮਮ ਪ੍ਰੋਗਰਾਮ ਕਿ ਜਿਹੜੀ ਆਰਥਿਕ ਤੌਰ ਤੇ ਇੰਨਾ ਨੁਕਸਾਨ ਕੀਤਾ ਭਾਰਤੀ ਜਨਤਾ ਪਾਰਟੀ ਨੇ, ਕੁਝ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਇਆ ਆ। ਦੇਸ਼ ਦੇ ਵਿੱਚ ਜਿਹੜੀ ਆ ਵਿਤਕਰਾ ਆ, ਆਰਥਿਕ ਵਿਤਕਰਾ ਹੋਰ ਵਧਿਆ, ਗਰੀਬ ਹੋਰ ਗਰੀਬ ਹੋ ਰਿਹਾ। ਮਤਲਬ ਇੱਕ ਪਾਸੇ ਮੰਨਿਆ ਜਾ ਰਿਹਾ ਕਿ ਬੀਜੇਪੀ ਦੇ ਵਿਰੋਧ ਦੇ ਵਿੱਚ ਹੈ, ਇੱਕ ਪਾਸੇ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਕਾਂਗਰਸ ਬੀਜੇਪੀ ਦਾ ਸਮਰਥਨ ਕਰਦੀ ਹੈ। ਹਾਂ, ਉਹਨਾਂ ਨੂੰ ਪ੍ਰੂਵ ਕਰਨਾ ਪੈਣਾ ਨਾ, ਕਾਂਗਰਸ ਨੂੰ ਪ੍ਰੂਵ ਕਰਨਾ ਪੈਣਾ ਤੇ ਉਹਨਾਂ ਨੇ ਰਹਿਣਾ ਕਿ ਸਾਡੇ ਨਾਲ। ਅਸੀਂ ਕਾਮਨ ਏਜੰਡਾ ਰੱਖਿਆ, ਕਿ ਗੱਠਜੋੜ ਦੇ ਵਿੱਚ ਸਾਡੀ ਜਿਹੜੀ ਸੋਚ ਆ, ਤੁਸੀਂ ਖੜੇ ਹੋ ਇਹਦੇ ਨਾਲ, ਇਹਦੇ ਬਾਰੇ ਨਾ ਦੱਸਣਾ ਪੈਣਾ। ਇਹ ਆਪਣੀ ਜਿਹੜੀ ਇਸ ਗੱਲ ਨੂੰ ਲੁਕੋ ਕੇ ਕਿਉਂ ਬੈਠੇ ਵੀ ਨਹੀਂ ਅਸੀਂ ਫੈਸਲਾ ਲੈਂਦੇ ਹੋ। ਅਸੀਂ ਕੋਟਲੀ ਜੀ ਕੀ ਇਸ ਨੂੰ ਲੈ ਕੇ ਕੋਈ ਵਿਚਾਰ ਕੀਤਾ ਜਾਏਗਾ ਜਲਦ? ਦੇਖੋ ਮੈਂ ਇਹਨਾਂ ਦੀ ਪੰਜਾਬ ਦੀ ਟੀਮ ਸਾਰੀ ਨੂੰ ਨਿਕਲ ਗਿਆ। ਆਪ ਸੁਣੋ ਬੀਜੇਪੀ ਵਾਲੇ ਜੀ, ਸੰਘੇੜਾ ਸਾਥੀ ਸੁਣੋ, ਤੁਸੀਂ ਅਸੀਂ ਇਸ ਮਾਮਲੇ ਦੇ ਉੱਤੇ ਕੋਈ ਡਿਨਾਈ ਕੀਤਾ? ਅਸੀਂ ਤੁਹਾਨੂੰ ਕਿਹਾ ਕਿ ਇਹਦੇ ਅੰਦਰ ਚਰਚਾ ਚੱਲ ਰਹੀ ਆ, ਇਹਨੂੰ ਵਿਚਾਰਿਆ ਜਾ ਸਕਦਾ ਹੈ, ਲੇਕਿਨ ਤੁਸੀਂ ਕਾਂਗਰਸ ਨੂੰ ਭੰਡ ਕੇ, ਕਾਂਗਰਸ ਨੂੰ ਤੁਸੀਂ ਬਹੁਤ ਕੁਝ ਅਪਸ਼ਬਦ ਬੋਲ ਕੇ ਤੁਸੀਂ ਇਹ ਸਾਬਤ ਨਹੀਂ ਕਰ ਸਕਦੇ ਕਿ ਅਸੀਂ ਜਿਹੜਾ ਆ ਭਾਰਤੀ ਜਨਤਾ ਪਾਰਟੀ ਨੂੰ ਰਲੇ ਹੋਏ ਆ। ਭਾਰਤੀ ਜਨਤਾ ਪਾਰਟੀ ਨੇ ਜੋ ਕਾਂਗਰਸ ਦੇ ਨਾਲ ਕੀਤਾ, ਜੋ ਦੇਸ਼ ਦੇ ਨਾਲ ਕੀਤਾ, ਕਾਂਗਰਸ ਕਦੇ ਉਹਨੂੰ ਭੁੱਲ ਨਹੀਂ ਸਕਦੀ। ਡਟ ਕੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਨੂੰ ਹਟਾਉਣ ਦੇ ਲਈ ਸਾਨੂੰ ਕੋਈ ਵੀ ਕਿਉਂ ਕੁਰਬਾਨੀ ਨਾ ਕਰਨੀ ਪਵੇ। ਅਸੀਂ ਸੰਘੇੜਾ ਸਾਹਿਬ ਕੁਰਬਾਨੀ ਕਰਨ ਵਾਸਤੇ ਬਿਲਕੁਲ ਤਿਆਰ ਬੈਠੇ ਆ, ਪਰ ਦੋਹਰਾ ਮਾਪਦੰਡ ਤੁਸੀਂ ਬਿਲਕੁਲ ਨਾ ਅਪਣਾਓ। ਇਸ ਗੱਲ ਦੇ ਉੱਤੇ ਤੁਸੀਂ ਹਾਲੇ ਤੱਕ ਜਵਾਬ ਨਹੀਂ ਦੇ ਸਕੇ ਕਿ ਫੈਡਰਲ ਸਿਸਟਮ ਜਾਂ ਰਾਜਾਂ ਦੇ ਵੱਧ ਅਧਿਕਾਰ ਜਾਂ ਜਦੋਂ ਜੰਮੂ ਕਸ਼ਮੀਰ ਦੇ ਲੋਕਾਂ ਦਾ ਗਲਾ ਘੁੱਟਿਆ ਗਿਆ,
ਜਦੋਂ ਉਹਨਾਂ ਨੂੰ ਖੇਰੂ ਕਰ ਦਿੱਤਾ, ਜਦੋਂ ਉਹਨਾਂ ਨੂੰ ਵੰਡ ਦਿੱਤਾ, ਉਦੋਂ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਅੰਦਰ ਵੋਟ ਕਿਉਂ ਪਾਈ ਆ, ਇਹ ਜਵਾਬ ਦੇ ਦਿਓ। ਜੀ ਸਾਡੇ ਕੋਲ ਸਮਾਂ ਥੋੜਾ ਘੱਟ ਹੈ ਸੰਘੇੜਾ ਜੀ। ਜੀ ਉਸ ਗੱਲ ਤੇ ਬੀਜੇਪੀ ਦਾ ਵਿਰੋਧ ਕਰੋ ਨਾ, ਬੀਜੇਪੀ ਦਾ ਤਾਂ ਤੁਸੀਂ ਵਿਰੋਧ ਨਹੀਂ ਕਰ ਰਹੇ। ਤੁਸੀਂ ਕਿਉਂ ਵੋਟ ਪਾਈ? ਤੁਸੀਂ ਕਿਉਂ ਵੋਟ ਪਾਈ ਉਹਨਾਂ ਨੂੰ? ਤੁਸੀਂ ਕਿਉਂ ਵੋਟ ਪਾਈ? ਜਵਾਬ ਦੇਵਾਂਗੇ ਨਾ। ਤੁਸੀਂ ਕਿਉਂ ਵੋਟ ਪਾਈ? ਉਹ ਗੱਲਾਂ ਤੁਸੀਂ ਕਿਉਂ ਵੋਟ ਪਾਇਆ ਉਹਨਾਂ ਨੂੰ? ਕਿਉਂ ਵੋਟ ਪਾਇਆ? ਨਹੀਂ ਤੁਸੀਂ ਲੋਕਾਂ ਨੂੰ ਨਖੇੜਿਆ। ਤੁਸੀਂ ਮੈਨੂੰ ਜੰਮੂ ਜਵਾਬ ਕਸ਼ਮੀਰ ਦੇ ਲੋਕਾਂ ਨਾਲ ਧੱਕਾ ਕੀਤਾ। ਇਹ ਰੈਲੀ ਥੋੜੀ ਹੈ ਆਪਾਂ ਲੈਕਚਰ ਕਰੀ ਜਾਈਏ। ਤੁਸੀਂ ਮੈਨੂੰ ਕਿਉਂ ਨਾ ਕਰੀਏ? ਜਵਾਬ ਤਾਂ ਦੇਣਾ ਨਾ। ਕਾਮਨ ਮਿਨੀਮਮ ਪ੍ਰੋਗਰਾਮ ਤੇ ਤੁਸੀਂ ਦੂਜੇ ਪਾਸੇ ਖੜ ਰਹੇ ਹੋ। ਜੀ। ਚਾਰ ਚਰਚਾ ਜੇ ਚੱਲ ਰਹੀ ਆ। ਚਲੋ ਬਹੁਤ ਸਾਰੇ